श्री गुरु नानक पाद पंकज बंदन, पाद पंकज बंदन। सिमरो अंगद दुख निकंदन, दुख निकंदन। अमरदास गुर हृदय त्यामो, हृदय त्यामो। श्री गुरु रामदास गुण गामो, श्री गुरु रामदास गुण गामो। गुरु अर्जन विघ्नन के नाशक, विघ्नन के नाशक। गुरु हर गोविंद शुभ मत प्रकाश, शुभ मत प्रकाशक। गुरु हर राय नमो कर जोरी, नमो कर जोरी। गुरु हर कृष्ण मनाए बहोरी, मनाए बहोरी। तेग बहादुर परम कृपाला जी, परम कृपाला। गुरु गोबिंद सिंह विसाला, गुरु गोबिंद सिंह विसाला। तरों तरापुर पुन पुन सीसा जी, पुन पुन सीसा। बंदों बार बार जगदीशा, बंदों बार बार जगदीशा। ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਭਾਗਾਂ ਵਾਲੀ ਧਰਤੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਸ਼ਾਮ ਦੇ ਦੀਵਾਨ ਦੇ ਅੰਦਰ ਜੋ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਉਸ ਨੂੰ ਸ਼ਰਵਣ ਕਰਨ ਦੇ ਲਈ ਸਤ ਸੰਗਤ ਰੂਪ ਵਿੱਚ ਜੁੜ ਬੈਠੇ ਸਤ ਸੰਗੀ ਜਨੋ, ਆਪ ਜੀ ਨੇ ਕੱਲ ਇਹ ਸ਼ਰਵਣ ਕੀਤਾ ਸੀ। ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਨੂੰ ਬੜੇ ਤਰੀਕਿਆਂ ਦੇ ਨਾਲ ਪਰਖਿਆ ਹੈ, ਕਈ ਕਸਵੱਟੀਆਂ ਲਾਈਆਂ ਨੇ, ਪਰ ਭਾਈ ਲਹਿਣਾ ਜੀ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸਾਰੀਆਂ ਕਸਵੱਟੀਆਂ ਤੇ ਪੂਰੇ ਉਤਰੇ ਹਨ। ਮਹਾਰਾਜ ਜੀ ਦੇ ਪੁੱਤਰ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਚੰਦ ਜੀ ਗੱਲ ਨੂੰ ਨਹੀਂ ਮੰਨ ਰਹੇ, ਉਹ ਮਹਾਰਾਜ ਜੀ ਦੀ ਕਸਵੱਟੀ ਤੇ ਪੂਰੇ ਨਹੀਂ ਉਤਰੇ। ਸੋ ਆਓ, ਜਿਵੇਂ ਹੁਣ ਅੱਗੇ ਇਤਿਹਾਸ ਚੱਲੇਗਾ, ਬੜੇ ਪਿਆਰ ਸਤਿਕਾਰ ਦੇ ਨਾਲ ਇੱਕ ਵਾਰ ਗੁਰਮੰਤਰ ਦੇ ਵਿੱਚ ਬੋਲ ਕੇ ਕਥਾ ਨੂੰ ਆਰੰਭ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪਰਖਿਓ ਸੇਵਕ ਸਭ ਹੀ ਭਾਂਤੀ, ਕਮਤੀ ਰਹੀ ਨਾ ਜਾਣੀ ਜਾਤੀ। ਮਹਾਰਾਜ ਜੀ ਨੇ ਭਾਈ ਲਹਿਣਾ ਜੀ ਨੂੰ ਬੜੇ ਤਰੀਕਿਆਂ ਨਾਲ ਪਰਖ ਕੇ ਵੇਖਿਆ, ਉਹ ਕੀ ਤੱਕਦੇ ਨੇ। ਹੁਣ ਇਹਨਾਂ ਦੇ ਵਿੱਚ ਕੋਈ ਕਮੀ ਨਹੀਂ ਰਹੀ, ਕੋਈ ਊਣਤਾਈ ਨਹੀਂ ਰਹੀ ਹੈ। ਭਾਈ ਲਹਿਣਾ ਜੀ ਹੁਣ ਸਾਰੇ ਤਰੀਕਿਆਂ ਦੇ ਨਾਲ ਗੁਰਤਾ ਗੱਦੀ ਦੇ ਲਈ ਤਿਆਰ ਹਨ। ਉਚਿਤ ਖਜ਼ਾਨੇ ਪਾਵਨ ਦੇਖਾ, ਕਰੀ ਕਿਰਪਾ ਪ੍ਰਸੀਦ ਵਿਸੇਖਾ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਤੱਕਦੇ ਨੇ, ਭਾਈ ਲਹਿਣਾ ਜੀ ਹੁਣ ਵੱਡੇ ਖਜ਼ਾਨੇ ਨੂੰ ਪਾਉਣ ਦੇ ਲਈ ਉਚਿਤ ਹਨ।
ਉਹ ਗੁਰਤਾ ਗੱਦੀ ਦੇ ਇਸ ਮਹਾਨ ਖਜ਼ਾਨੇ ਨੂੰ ਸੰਭਾਲ ਸਕਦੇ ਨੇ। ਇਸ ਕਰਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬੜੇ ਖੁਸ਼ ਹੋ ਕੇ ਉਹਨਾਂ ਦੇ ਵੱਲ ਤੱਕਿਆ ਹੈ। ਤਖਤ ਦੇਨ ਕੀ ਮਨ ਬਿਦ ਆਨੀ, ਪਲਟੋ ਭੇਖ ਭਲੇ ਔਰ ਠਾਨੀ। ਮਹਾਰਾਜ ਜੀ ਦੇ ਮਨ ਵਿੱਚ ਆਇਆ ਮੈਂ ਇਹਨਾਂ ਨੂੰ ਹੁਣ ਤਖਤ ਦੇ ਦਿਆਂ। ਉਹ ਇਹ ਸੋਚਦੇ ਨੇ ਤਖਤ ਤੇ ਹੁਣ ਭਾਈ ਲਹਿਣਾ ਜੀ ਬਹਿ ਜਾਣ, ਭਾਵ ਮੈਂ ਆਪਣਾ ਰੂਪ ਬਦਲ ਲਵਾਂ, ਆਪਣਾ ਰੂਪ ਬਦਲ ਕੇ ਹੁਣ ਭਾਈ ਲਹਿਣੇ ਦੇ ਰੂਪ ਦੇ ਵਿੱਚ ਦੁਨੀਆ ਦੇ ਸਾਹਮਣੇ ਮਹਾਰਾਜ ਆਉਣਾ ਚਾਹੁੰਦੇ ਹਨ। ਸੁਖ ਸਾਗਰ ਪੂਰਨ ਅਬਿਨਾਸੀ, ਜੋ ਕਾਟਤ ਸੇਵਕ ਜਮ ਫਾਸੀ। ਮਹਾਰਾਜ ਜੀ ਸੁੱਖਾਂ ਦੇ ਸਾਗਰ ਨੇ, ਅਵਿਨਾਸ਼ੀ ਹਨ, ਅਤੇ ਜਿਹੜੇ ਵੀ ਉਹਨਾਂ ਨੂੰ ਸੇਵਣ ਵਾਲੇ ਸੇਵਕ ਹਨ, ਜਿਹੜੇ ਵੀ ਉਹਨਾਂ ਨੂੰ ਪਿਆਰ ਕਰਨ ਵਾਲੇ ਹਨ, ਮਹਾਰਾਜ ਜੀ ਉਹਨਾਂ ਦੀ ਜਮਾਂ ਦੀ ਫਾਂਸੀ ਕੱਟ ਦਿੰਦੇ ਹਨ। ਸਵਈਆ ਰੂਪ ਨ ਰੇਖ ਨ ਰੰਗ ਨ ਰਾਗ ਨ ਰੋਗ ਨ ਸੋਗ ਅਕਾਲ ਸਦਾਏ। ਮਹਾਰਾਜ ਜੀ ਇੱਥੇ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਕਹਿੰਦੇ ਨੇ, ਕਹਿੰਦੇ ਆਪ ਜੀ ਨੇ ਵੇਖਿਆ ਹੋਵੇਗਾ ਪਰਮੇਸ਼ਰ ਦਾ ਨਾ ਤੇ ਕੋਈ ਰੰਗ ਹੈ ਤੇ ਨਾ ਉਸ ਦਾ ਕੋਈ ਰੂਪ ਹੈ ਤੇ ਨਾ ਉਸ ਦੀ ਕੋਈ ਰੇਖਾ ਹੀ ਹੈ, ਛੋਟਾ ਹੈ ਵੱਡਾ ਹੈ, ਕਿੱਡਾ ਕੁ ਵੱਡਾ ਹੈ ਇਹਦਾ ਕੋਈ ਅੰਦਾਜ਼ਾ ਨਹੀਂ, ਨਾ ਕਿਸੇ ਨੇ ਦੇਖਿਆ ਹੀ ਹੈ। ਸਿਰਫ ਗੁਰੂ ਨੇ ਅਨੁਭਵ ਤੋਂ ਬਿਨਾ ਹੋਰ ਕਿਸੇ ਅਨੁਭਵ ਨਹੀਂ ਕੀਤਾ ਪਰਮਾਤਮਾ। ਜਾਂ ਕੋਈ ਸੰਤ ਮੁਨਜਨ ਨੇ ਜਿਹੜਾ ਬੜਾ ਪ੍ਰੇਮ ਕਰਕੇ ਭਗਤੀ ਕਰਦੇ ਨੇ, ਉਹਨਾਂ ਨੇ ਪਰਮਾਤਮਾ ਨੂੰ ਅਨੁਭਵ ਕੀਤਾ ਹੁੰਦਾ। ਸੋ ਪਰਮਾਤਮਾ ਦਾ ਨਾ ਕੋਈ ਰੂਪ ਹੈ, ਨਾ ਰੰਗ ਹੈ, ਨਾ ਕੋਈ ਰੇਖਾ ਹੈ, ਨਾ ਉਹਨੂੰ ਖੁਸ਼ੀ ਹੁੰਦੀ ਹੈ, ਨਾ ਗਮੀ ਹੁੰਦੀ ਹੈ, ਨਾ ਉਹਦੇ ਕੋਲ ਰੋਗ ਨੇ, ਨਾ ਸੋਗ ਹਨ। ਪੂਰਨ ਸ੍ਰੀ ਪਰਮੇਸ਼ਰ ਜੋ ਪੁਰਸ਼ੋਤਮ ਪਾਰ ਨਹੀਂ ਕਹਿ ਪਾਏ। ਜੋ ਪੂਰਨ ਪਰਮਾਤਮਾ ਪਰਮੇਸ਼ਰ ਹੈ ਉਸ ਦਾ ਪਾਰ ਨਹੀਂ ਪਾਇਆ ਜਾ। ਕਿੱਡਾ ਵੱਡਾ ਹੈ ਉਹ। ਆ ਜਿਹੜਾ ਅਸੀਂ ਕੁਝ ਤੱਕ ਰਹੇ ਹਾਂ, ਜਿੰਨਾ ਵੀ ਪਸਾਰਾ ਹੈ, ਇਹ ਉਹਦਾ ਰਚਿਆ ਹੋਇਆ ਹੀ ਪਸਾਰਾ ਹੈ, ਮਾਇਆ ਹੈ ਉਹਦੀ। ਹਜੇ ਤਾਈਂ ਤੇ ਪਰਮੇਸ਼ਰ ਦੀ ਇੱਕ ਰਚੀ ਹੋਈ ਪ੍ਰਿਥਵੀ ਦਾ ਅੰਤ ਨਹੀਂ ਮਿਲਿਆ, ਇੱਕ ਹੋਰ ਕਿੰਨੀਆਂ ਹੀ ਨੇ ਉਹਨਾਂ ਬਾਰੇ ਸਾਨੂੰ ਪਤਾ ਹੀ ਨਹੀਂ। ਹਜੇ ਇੱਕ ਪ੍ਰਿਥਵੀ ਬਾਰੇ ਨਹੀਂ ਪਤਾ ਲੱਗਿਆ, ਹੋਰ ਕਿੰਨੀਆਂ ਹੀ ਨੇ ਉਹਨਾਂ ਬਾਰੇ ਨਹੀਂ। ਇਸ ਕਰਕੇ ਪਰਮਾਤਮਾ ਪਰਮੇਸ਼ਰ ਹੈ, ਉਸ ਦੀ ਕਿਰਤ ਦਾ ਜੋ ਉਹਨੇ ਬਣਾਈ ਹੈ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਪਾਤ ਨ ਜਾਤ ਨ ਮਾਤ ਨ ਤਾਤ ਨ ਭਰਾਤ ਨ ਵੇਦ ਅਨੰਤ ਅਲਾਏ। ਪਰਮਾਤਮਾ ਕੈਸਾ ਹੈ? ਨਾ ਤੇ ਕੋਈ ਉਹਦੀ ਜਾਤ ਹੈ, ਨਾ ਉਹਦੀ ਕੋਈ ਪਾਤ ਹੈ, ਨਾ ਉਹਦੀ ਕੋਈ ਮਾਤਾ ਹੈ, ਨਾ ਪਿਤਾ ਹੈ, ਨਾ ਕੋਈ ਉਹਦਾ ਭਰਾ ਹੈ। ਤੇ ਵੇਦ ਸ਼ੁਰੂ ਤੋਂ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਬੜੇ ਜ਼ੋਰ ਲਾ ਕੇ ਕਹਿੰਦੇ ਨੇ ਭਾਈ ਪਰਮਾਤਮਾ ਅਨੰਤ ਹੈ। ਸੋ ਕਰਤਾਰ ਧਰਾ ਅਵਤਰਾ ਪਹਿ ਨਾਨਕ ਰੂਪ ਸੁਹਾਏ। ਕਹਿੰਦੇ ਭਾਈ ਲਹਿਣਾ ਜੀ ਕਹਿੰਦੇ ਨੇ ਜਿਹੜਾ ਐਸਾ ਪਰਮਾਤਮਾ ਹੈ ਜਿਹਦਾ ਕੋਈ ਰੂਪ ਰੰਗ ਨਹੀਂ, ਉਸੇ ਪਰਮਾਤਮਾ ਨੇ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਧਰਤੀ ਤੇ ਅਵਤਾਰ ਲੈ ਲਿਆ। ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਅਕਾਲ ਪੁਰਖ ਦੀ ਜੋਤ ਹਨ, ਜਿਹਨੂੰ ਬਾਣੀ ਕਹਿੰਦੀ ਹੈ ਆਪ ਨਾਰਾਇਣ ਕਲਾਤਾਰ ਜਗ ਮਹਿ ਪ੍ਰਵਰੇ। ਆਪ ਪਰਮਾਤਮਾ ਕਲਾ ਧਾਰ ਕੇ ਜਗ ਦੇ ਵਿੱਚ ਵਰਤ ਰਿਹਾ ਹੈ। ਆਪ ਕੌਣ? ਭਾਵ ਗੁਰੂ ਨਾਨਕ ਦੇਵ ਜੀ ਮਹਾਰਾਜ। ਸੋ ਇਸ ਕਰਕੇ ਏਡੀ ਵੱਡੀ ਮਹਿਮਾ ਗੁਰੂ ਨਾਨਕ ਦੇਵ ਜੀ ਦੀ ਹੈ। ਜੰਗਮ
जड़ जाहे रचे नर नारायण के जेह चिन्ह बनाए। ਕਹਿੰਦੇ ਜਿਸ ਪਰਮਾਤਮਾ ਨੇ ਜੰਗਮ ਜੜ ਵਸਤੂਆਂ ਜੀ ਜਨਤਾ ਦੀ ਪੌਦਿਆਂ ਦੀ ਰਚਨਾ ਕੀਤੀ ਹੈ, ਜਿਸ ਪਰਮਾਤਮਾ ਨੇ ਨਰ ਤੇ ਨਾਰੀਆਂ ਦੇ ਅੱਡ ਅੱਡ ਚਿੰਨ੍ਹ ਬਣਾਏ, ਕਦੀ ਜ਼ਿੰਦਗੀ ਦੇ ਵਿੱਚ ਇਹ ਤੱਕਣਾ ਜਿੰਨੇ ਵੀ ਦੁਨੀਆ ਤੇ ਮੇਰੇ ਕਰਤਾ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਕਦੀ ਵੇਖਣਾ ਕੋਈ ਕਿਸੇ ਵਰਗਾ ਨਹੀਂ, ਦੁਨੀਆ ਤੇ ਰੰਗ ਹੀ ਨਹੀਂ ਮਿਲਦੇ। ਦੁਨੀਆ ਤੇ ਇੱਕ ਦੂਜੇ ਨਾਲ ਕਿਸੇ ਦੀਆਂ ਅੱਖਾਂ, ਪੂਰਾ ਮੂੰਹ ਮੁਖੜਾ ਜਿਹੜਾ ਮਿਲਦਾ ਨਹੀਂ। ਔਰ ਐਸਾ ਵੀ ਨਹੀਂ ਅੱਜ ਹੀ ਨਹੀਂ, ਪਿਛਲੇ 5-6 ਪੀੜ੍ਹੀਆਂ ਨਾਲ ਵੀ ਕਿਸੇ ਦਾ ਨਹੀਂ ਮਿਲਦਾ। ਵੇਖੋ ਕੈਸੀ ਕੁਦਰਤ ਹੈ ਉਹਦੀ। ਨਾ ਅੱਜ ਤਾਈਂ ਇੰਨੇ ਹਜ਼ਾਰਾਂ ਸਾਲਾਂ ਤੋਂ ਪ੍ਰਿਥਵੀ ਚੱਲ ਰਹੀ ਹੈ, ਕਿੱਥੋਂ ਨਵੇਂ ਨਵੇਂ ਰੂਪ ਆ ਰਹੇ ਨੇ। ਇਹਨੂੰ ਅਨੰਤੀ ਕਵਾਂਗੇ ਨਾ। ਕਿੰਨੇ ਹਜ਼ਾਰਾਂ ਸਾਲਾਂ ਤੋਂ ਪ੍ਰਿਥਵੀ ਚੱਲ ਰਹੀ ਹੈ, ਕਿਸੇ ਦਾ ਰੂਪ ਕਿਸੇ ਨਾਲ ਬਿਲਕੁਲ ਨਹੀਂ ਮਿਲਿਆ, ਫਰਕ ਜ਼ਰੂਰ ਹੁੰਦਾ ਹੈ। ਮਹਾਰਾਜ ਕਹਿੰਦੇ ਜਿਹੜਾ ਪਰਮਾਤਮਾ ਹੈ, ਜਿਹਨੇ ਜੀਵ ਪੌਦਿਆਂ ਨੂੰ ਪੈਦਾ ਕੀਤਾ ਹੈ, ਜੋਤ ਸਰੂਪ ਅਨੂਪਮ ਰੂਪ ਹੈ, ਭੂਪਨ ਭੂਪ ਜੋ ਰਾਵਣ ਰਾਏ। ਪਰਮਾਤਮਾ ਅਪਾਰ ਹੈ, ਅਥਾਹ ਹੈ, ਰਾਜਿਆਂ ਦਾ ਰਾਜਾ ਹੈ। ਆਦ ਅਨਾਦ ਅਗਾਦ ਅਬਾਦ ਅਰਾਧਤ ਸਾਧ ਸਦਾ ਚਿਤ ਲਾਏ। ਪਰਮਾਤਮਾ ਅਥਾਹ ਹੈ, ਅਪਾਰ ਹੈ, ਅਤੇ ਸਾਧੂ ਜਨ ਸਦਾ ਹੀ ਉਹਨੂੰ ਚਿੱਤ ਲਾ ਕੇ ਸਿਮਰਦੇ ਰਹਿੰਦੇ ਹਨ। ਸੋ ਗੁਰ ਨਾਨਕ ਠਾਨ ਲਈ ਮਨ, ਅੰਗਦ ਦੇਹ ਮੈਂ ਜਾਉ ਸਮਾਏ। ਕਹਿੰਦੇ ਇਸ ਕਰਕੇ ਸੋ ਗੁਰੂ ਨਾਨਕ ਜੀ ਨੇ ਮਨ ਵਿੱਚ ਇਹ ਗੱਲ ਪੱਕੀ ਕਰ ਲਈ ਹੈ ਕਿ ਮੈਂ ਹੁਣ ਗੁਰਤਾ ਗੱਦੀ ਭਾਈ ਲਹਿਣੇ ਨੂੰ ਦੇ ਦਿਆਂ ਤੇ ਆਪ ਆਪਣਾ ਰੂਪ ਭਾਈ ਲਹਿਣੇ ਦੇ ਵਿੱਚ ਵੀ ਸਮਾਉਣਾ ਕਰ ਲਵਾਂ। ਸ੍ਰੀ ਪਰਮਾਤਮਾ ਵਿਆਪਕ ਥਾਪਕ, ਥਾਪਕ ਹੈ ਭਵ ਤਾਪ ਮਿਟਾਏ। ਸ਼੍ਰੀ ਪਰਮਾਤਮਾ ਸਾਰੀ ਥਾਂ ਤੇ ਵਿਆਪਕ ਹੈ, ਸਾਰਿਆਂ ਨੂੰ ਬਣਾਉਣ ਵਾਲਾ ਹੈ, ਪੈਦਾ ਕਰਨ ਵਾਲਾ ਹੈ, ਅਤੇ ਜਿੰਨੇ ਵੀ ਰੋਗ ਸੋਗ ਨੇ ਉਹਨਾਂ ਨੂੰ ਮਿਟਾਉਣ ਵਾਲਾ ਹੈ। ਪਾਪ ਕਲਾਪ ਨਸੈ ਜੇ ਜਾਪ ਤੇ, ਆਪ ਹੀ ਆਪ ਅਮਾਪ ਰਹਾਏ। ਪਰਮਾਤਮਾ ਐਸਾ ਹੈ ਜਿਹਦੇ ਸਿਮਰਨ ਮਾਤਰ ਦੇ ਨਾਲ ਵੱਡੇ ਵੱਡੇ ਕਲੇਸ਼ ਦੂਰ ਹੋ ਜਾਂਦੇ। ਸਿਮਰਨ ਦੇ ਵਾਹਿਗੁਰੂ ਵਾਹਿਗੁਰੂ ਮੰਤਰ ਦੇ ਨਾਲ ਹੀ ਬੜੇ ਜਿਹੜੇ ਐਸੇ ਕਲੇਸ਼ ਨੇ ਆਪਣੇ ਆਪ ਹੀ ਦੂਰ ਹੋ ਜਾਂਦੇ। ਸਮਾਂ ਤੇ ਲੱਗਦਾ ਹੈ। ਜੇ ਕੋਈ ਕਹੇ ਮੈਂ ਅੱਜ ਹੀ ਨਾਮ ਜਪਾਂ ਤੇ ਅੱਜ ਹੀ ਸਾਰਾ ਕੁਝ ਬਣ ਜਾਏ, ਐਸਾ ਤੇ ਨਹੀਂ। ਜ਼ਿਮੀਂਦਾਰ ਆਪਣੀ ਫਸਲ ਬੀਜਦੇ ਨੇ, ਇੱਕ ਵਾਰੀ ਲਾ ਲੈਂਦੇ ਨੇ, ਕਿੰਨੇ ਝੱਖੜ ਝੜਦੇ ਨੇ ਫਸਲ ਤੇ। ਕਦੀ ਮੀਂਹ ਪੈਣ ਦੀ ਤਿਆਰੀ ਹੋ ਗਈ, ਕਦੀ ਓਲੇ ਡਿੱਗ ਜਾਂਦੇ ਨੇ, ਜ਼ਿਮੀਂਦਾਰ ਡਰਦਾ ਹੀ ਨਹੀਂ। ਐਵੇਂ ਜਦੋਂ ਤਾਈਂ ਮਨੁੱਖ ਜਗਿਆਸੂ ਹੈ, ਰੱਬ ਦੇ ਰਾਹ ਤੇ ਤੁਰਦਾ, ਕਿੰਨੇ ਝੱਖੜ ਚੜ੍ਹਦੇ ਨੇ, ਕਦੇ ਕਾਮ ਦਾ, ਕਦੇ ਕ੍ਰੋਧ ਦਾ, ਕਦੇ ਲੋਭ ਦਾ। ਜਦੋਂ ਤਾਈਂ ਇਹ ਪੱਕਾ ਭਾਵ ਪਰਮਾਤਮਾ ਨਾਲ ਇੱਕਮਿਕ ਨਹੀਂ ਨਾ ਹੋ ਜਾਂਦਾ, ਉਦੋਂ ਤਾਈਂ ਖਤਰਾ ਹੀ ਖਤਰਾ, ਤੇ ਇਹ ਖਤਰਾ ਬਣਿਆ ਹੀ ਰਹਿੰਦਾ ਹੈ। ਸ੍ਰੀ ਜਗ ਕਾਰਨ ਦੰਭ ਵਿਦਾਰਨ, ਦਾਸ ਉਦਾਹਰਨ ਜਾਂ ਬਿਰਦਾਏ। ਪਰਮਾਤਮਾ ਗੁਰੂ ਨਾਨਕ ਸਾਹਿਬ ਜੀ ਜਗਤ ਨੂੰ ਉਦਾਹਰਨ ਵਾਲੇ ਨੇ, ਦੰਭ ਨੂੰ ਨਿਵਾਰਨ ਵਾਲੇ ਹਨ। ਸੋ ਗੁਰੂ ਨਾਨਕ ਜੀ ਠੱਟੀ ਜੀ, ਸੋ ਗੁਰੂ ਨਾਨਕ ਜੀ ਠੱਟੀ, ਲੈਣੇ ਤਨ ਬੀਚ ਵਿਰਾਜੋ ਹੋ ਜਾਏ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਐਸੇ ਗੁਰੂ ਨਾਨਕ ਸਾਹਿਬ ਜਿਹੜੇ ਰੋਗਾਂ ਸੋਗਾਂ ਨੂੰ ਦੂਰ ਕਰਦੇ ਨੇ, ਉਹਨਾਂ ਦੇ ਮਨ ਵਿੱਚ ਇਹ ਆਇਆ, ਕਿਉਂ ਨਾ ਮੈਂ ਹੁਣ ਆਪਣੇ ਆਪ ਨੂੰ ਭਾਈ ਲਹਿਣੇ ਦੇ ਵਿੱਚ ਹੀ ਟਿਕਾ ਲਵਾਂ। ਦੋਹਰਾ ਕਰ ਸਨਾਨ ਅਰਾਵਤੀ, ਗਮਣੇ ਉੱਠ ਭੁਨਸਾਰ। ਭਾਈ ਲਹਿਣਾ ਜੀ ਸਵੇਰੇ ਸਵੇਰੀ ਪਹਿਲੇ ਪਹਿਰ 'ਚ ਹੀ, ਜਦੋਂ ਤੀਜਾ ਇੱਕ ਪਹਿਰ ਰਹਿ ਜਾਂਦਾ ਸੀ ਰਾਤ ਦਾ, ਭਾਵ 3 ਵਜੇ, ਉੱਠ ਕੇ ਰਾਵੀ ਨਦੀ ਵਗਦੀ ਸੀ। ਅੱਜ ਵੀ ਕਰਤਾਰਪੁਰ ਸਾਹਿਬ ਜਿਹੜਾ ਕੋਰੀਡੋਰ ਬਣਿਆ ਆਪਣੇ ਭਾਰਤ ਦੇ ਤੇ ਪਾਕਿਸਤਾਨ ਦੇ ਵਿੱਚ ਜਿਹੜੀ ਨਹਿਰ ਹੈ ਉਹ ਰਾਵੀ ਹੈ, ਤੇ ਰਾਵੀ ਦੇ ਵਿੱਚ
ਜਾ ਕੇ ਭਾਈ ਲਹਿਣਾ ਜੀ ਰੋਜ਼ ਕਰਤਾਰਪੁਰ ਸਾਹਿਬ ਦੇ ਨੇੜੇ ਹੈ, ਉੱਥੇ ਇਸ਼ਨਾਨ ਕਰਦੇ ਹਨ। ਦੋਹਰਾ ਕਰ ਇਸ਼ਨਾਨ ਅਰਾਵਤੀ, ਗਮਨੇ ਉੱਠ ਭੁਨਸਾਰ। ਸਵੇਰੇ ਤੜਕੇ ਹੀ ਉੱਠ ਕੇ ਉੱਥੇ ਇਸ਼ਨਾਨ ਕਰਨ ਹੀ ਚਲੇ ਜਾਂਦੇ ਹਨ। ਸੇਵਾ ਹਿਤ ਲਹਿਣਾ ਚੱਲਿਓ, ਜਾਂ ਕੋ ਚਰਨ ਆਧਾਰ। ਤੇ ਇਸ ਕਰਕੇ ਭਾਈ ਲਹਿਣਾ ਜੀ ਮਹਾਰਾਜ ਜੀ ਗੁਰੂ ਸਾਹਿਬ ਵੀ ਉੱਥੇ ਇਸ਼ਨਾਨ ਕਰਨ ਲਈ ਜਾਂਦੇ ਸਨ, ਤੇ ਭਾਈ ਲਹਿਣਾ ਜੀ ਨਾਲ ਹੀ ਜਾਂਦੇ ਸੀ ਗੁਰੂ ਨਾਨਕ ਸਾਹਿਬ ਜੀ ਦੇ। ਉਹ ਸਵੇਰੇ ਸਵੇਰ ਮਹਾਰਾਜ ਇਸ਼ਨਾਨ ਕਰਦੇ ਸੀ, ਉਹ ਨਾਲ ਵਸਤਰ ਫੜਦੇ ਸੀ ਮਹਾਰਾਜ ਦੇ, ਤੇ ਮਹਾਰਾਜ ਜੀ ਵੀ ਰਾਵੀ ਜੀ ਇਸ਼ਨਾਨ ਕਰਦੇ ਸੀ। ਮਹਾਰਾਜ ਅੰਦਰ ਇਸ਼ਨਾਨ ਕਰਨਾ, ਭਾਈ ਲਹਿਣਾ ਜੀ ਨੇ ਵਸਤਰ ਫੜ ਕੇ ਬਹਿ ਜਾਣਾ। ਸੋ ਮਹਾਰਾਜ ਇਸ਼ਨਾਨ ਕਰਨ ਲਈ ਗਏ ਨੇ, ਭਾਈ ਲਹਿਣਾ ਜੀ ਵੀ ਨਾਲ ਹੀ ਚਲੇ ਗਏ ਹਨ। ਚੌਪਈ ਜਾਏ ਤੀਰ ਪਰ ਬਸਤਰ ਉਤਾਰੇ, ਸ਼੍ਰੀ ਗੁਰ ਪਰ ਵਿਸੇ ਨੀਰ ਮਝਾਰੇ। ਕਹਿੰਦੇ ਆਪ ਮਹਾਰਾਜ ਜੀ ਨੇ ਦਰਿਆ ਦੇ ਕੰਢੇ ਤੇ ਮਹਾਰਾਜ ਗਏ, ਜਾ ਕੇ ਉਹਨਾਂ ਵਸਤਰ ਉਤਾਰ ਕੇ ਮਹਾਰਾਜ ਨਦੀ ਦੇ ਵਿੱਚ ਚਲੇ ਗਏ ਹਨ। ਕਰ ਸਨਾਨ ਮਦ ਠਾਂਡੇ ਰਹੇ, ਜਿਨ ਬੋ ਦਾਸਨ ਕੇ ਦੁਖ ਦਹੇ। ਮਹਾਰਾਜ ਜੀ ਇਸ਼ਨਾਨ ਕਰਕੇ ਵਿੱਚ ਹੀ ਖਲੋ ਗਏ ਨੇ ਨਦੀ ਦੇ, ਕਿਉਂਕਿ ਗੁਰੂ ਨਾਨਕ ਸਾਹਿਬ ਬੜੇ ਦਾਸਾਂ ਦੇ ਦੁੱਖ ਦੂਰ ਕਰਦੇ ਹਨ। ਤੇ ਛਿਨ ਲੈਣੇ ਕੀਨ ਇਸ਼ਨਾਨਾ, ਬੈਠੋ ਤਟ ਪਰ ਲਾਏ ਧਿਆਨਾ। ਭਾਈ ਲਹਿਣਾ ਜੀ ਵੀ ਨਾਲ ਹੀ ਇਸ਼ਨਾਨ ਕਰ ਲਿਆ, ਤੇ ਭਾਈ ਲਹਿਣਾ ਜੀ ਇਸ਼ਨਾਨ ਕਰਕੇ ਅੱਖਾਂ ਬੰਦ ਕਰਕੇ ਧਿਆਨ ਲਾ ਕੇ ਬੈਠ ਗਏ ਹਨ। ਦਸਵੇਂ ਦਵਾਰ ਸਵਾਸ ਟਿਕਾਇਓ, ਪ੍ਰੇਮ ਨਿਭਕਨ ਧਿਆਨ ਰਸ ਆਇਓ। ਭਾਈ ਲਹਿਣਾ ਜੀ ਦੇ ਜਿਹੜੇ ਸਵਾਸ ਨੇ ਉਹ ਦਸਮ ਦਵਾਰ 'ਚ ਪਹੁੰਚ ਗਏ। ਦਸਮ ਦਵਾਰ ਦਾ ਮਤਲਬ ਹੈ ਇਹ ਸਥੂਲ ਦੁਨੀਆ ਦੀ ਸੋਝੀ ਨਾ ਹੋਣੀ। ਆ ਜੋ ਕੁਝ ਅਸੀਂ ਵੇਖ ਰਹੇ ਹਾਂ, ਇਹਨੂੰ ਅਸੀਂ ਬਿਨਾਂ ਅੱਖਾਂ ਬੰਦ ਕਰਕੇ ਵੀ ਵੇਖ ਸਕਦੇ ਹਾਂ। ਉਹ ਅਵਸਥਾ ਅਗਲੀ ਹੈ, ਇਹ ਛੋਟੀ ਅਵਸਥਾ ਦੀ ਗੱਲ, ਵੱਡੀ ਅਵਸਥਾ। ਮਨੁੱਖ ਜਿਉਂ-ਜਿਉਂ ਨਾਮ ਜਪਦਾ ਰਹਿੰਦਾ ਹੈ, ਬਾਣੀ ਪੜ੍ਹਦਾ ਰਹਿੰਦਾ ਹੈ, ਹੌਲੀ ਹੌਲੀ ਕਰਦਿਆਂ ਉਹ ਪਹਿਲਾਂ ਆਪਣੇ ਇਸ ਸਰੀਰ ਤੋਂ ਹੀ ਅੱਡ ਹੁੰਦਾ ਹੈ। ਪਹਿਲਾਂ ਉਹ ਸਮਝਦਾ ਵੀ ਆ ਕੀ ਚੀਜ਼ ਹੈ। ਇਸ ਤੋਂ ਬਾਅਦ ਫਿਰ ਉਹਨੂੰ ਆਪਣੇ ਪ੍ਰਾਣਾਂ ਦਾ ਪਤਾ ਲੱਗਦਾ ਹੈ। ਉਸ ਤੋਂ ਬਾਅਦ ਫਿਰ ਉਹਨੂੰ ਆਪਣੇ ਮਨ ਦਾ ਪਤਾ ਲੱਗਦਾ ਹੈ। ਜਦੋਂ ਮਨ ਦਾ ਪਤਾ ਲੱਗੇ ਫਿਰ ਗਿਆਨ ਦਾ ਪਤਾ ਲੱਗਦਾ ਹੈ। ਜਦੋਂ ਗਿਆਨ ਹੋ ਜਾਏ ਫਿਰ ਆਨੰਦ ਵਿੱਚ ਬੰਦਾ ਪਹੁੰਚਦਾ। ਇਹ ਪੰਜ ਅਵਸਥਾਵਾਂ ਨੇ। ਪਹਿਲਾਂ ਆ ਸਰੀਰ ਦਾ ਗਿਆਨ ਹੋਣਾ ਜ਼ਰੂਰੀ ਹੈ ਵੀ ਇਹ ਕੀ ਚੀਜ਼ ਹੈ। ਇਹ ਪਹਿਲੀ ਪੌੜੀ ਸਮਝੋ, ਬਸ ਪਹਿਲੀ ਪੌੜੀ। ਪਹਿਲਾਂ ਮਨੁੱਖ ਜਦੋਂ ਸਰੀਰ ਦਾ ਗਿਆਨ ਹੁੰਦਾ, ਇਹਨੂੰ ਪਤਾ ਲੱਗਦਾ ਅੱਖਾਂ ਕਾਹਦੇ ਵਾਸਤੇ, ਕੰਨਾਂ ਦਾ ਕੀ ਕੰਮ ਹੈ, ਜੀਭ ਕਾਹਦੇ ਵਾਸਤੇ ਮਿਲੀ ਹੈ, ਇਹ ਪਤਾ ਲੱਗਦਾ। ਆਪ ਜੀ ਕਹੋਗੇ ਇਹ ਤੇ ਗਿਆਨ ਸਾਰਿਆਂ ਨੂੰ ਹੀ ਹੈ, ਨਹੀਂ। ਇਹ ਗਿਆਨ ਤੇ ਸਾਰਿਆਂ ਨੂੰ ਹੈ, ਪਰ ਪਸ਼ੂਆਂ ਵਾਲਾ ਹੈ, ਮਨੁੱਖਾਂ ਵਾਲਾ। ਇੰਨਾ ਗਿਆਨ ਤੇ ਪਸ਼ੂ ਨੂੰ ਹੈ। ਇੱਕ ਗਊ ਨੂੰ ਪਤਾ ਹੈ ਮੂੰਹ ਥਾਣੀ ਚਾਰਾ ਖਾਣਾ ਹੈ, ਅੱਖਾਂ ਥਾਣੀ ਉਹਦੀਆਂ ਅੱਖਾਂ ਇੰਨਾ ਕੰਮ ਕਰਦੀਆਂ ਨੇ, ਰਾਹ ਵੇਖ ਲੈਂਦੀਆਂ ਨੇ, ਹੋਰ ਕੋਈ ਕੰਮ ਨਹੀਂ। ਜੇ ਮਨੁੱਖ ਦੀਆਂ ਅੱਖਾਂ ਵੀ ਇਹੀ ਕੰਮ ਕਰਨ, ਪਰ ਮਨੁੱਖ ਦੀਆਂ ਅੱਖਾਂ ਥੋੜ੍ਹਾ ਜਿਹਾ ਐਕਸਟਰਾ ਕੰਮ ਇਹ ਕਰਦੀਆਂ ਨੇ, ਇਹ ਵਕਾਰ ਵੀ ਇਕੱਠੇ ਕਰ ਲੈਂਦੀਆਂ ਨੇ ਅੱਖਾਂ ਦੁਆਰਾ। ਇਸ ਕਰਕੇ ਭਾਈ ਲਹਿਣਾ ਜੀ ਦਸਵੇਂ ਦਵਾਰ ਦੇ ਵਿੱਚ ਬੈਠੇ ਨੇ। ਦਸਵੇਂ ਦਵਾਰ ਦੇ ਵਿੱਚ ਉਹਨਾਂ ਸਵਾਸ ਲੈ ਕੇ ਚਲੇ ਗਏ ਹਨ। ਜੋ ਸਰੂਪ ਸ੍ਰੀ ਨਾਨਕ ਸੁੰਦਰ, ਸੋ ਠਹਿਰੇ ਹਿਰਦੇ ਕੇ ਅੰਦਰ। ਭਾਈ ਲਹਿਣਾ ਜੀ ਨੇ ਕੀ ਕੀਤਾ ਹੈ, ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਸਰੂਪ ਦਾ ਧਿਆਨ ਲਾ ਲਿਆ। ਕਿਉਂਕਿ ਜਦੋਂ ਅਸੀਂ ਨਾਮ ਜਪਦੇ ਹਾਂ, ਧਿਆਨ ਤੇ ਕੋਈ ਨਾ ਕੋਈ ਲਾਣਾ ਹੀ ਪੈਂਦਾ। ਅੱਖਾਂ ਬੰਦ ਕਰਾਂਗੇ, ਅੰਦਰ ਕਿੱਥੇ ਲੱਗੇਗਾ ਧਿਆਨ? ਕੁਛ ਨਾ ਕੁਛ ਤੇ ਮੂਰਤੀ, ਕੁਛ ਨਾ ਕੁਛ ਅੱਗੇ ਰੱਖਣਾ ਪਏਗਾ ਨਾ। ਆ ਜਿਹੜੀ ਮੂਰਤੀ ਪੂਜਾ ਹੈ, ਇਹਦਾ ਇਹੀਓ ਮਤਲਬ ਸੀ। ਜਦੋਂ ਮੂਰਤੀ ਪੂਜਾ ਚੱਲੀ ਹੈ, ਇਹਦਾ ਮਤਲਬ ਸੀ 9 ਪ੍ਰਕਾਰ ਦੀ ਭਗਤੀ ਹੈ। ਇੱਕ ਪ੍ਰਕਾਰ ਦੀ ਇਹ ਵੀ ਹੈ ਕਿ ਪਰਮਾਤਮਾ ਦੀ ਇੱਕ ਪ੍ਰਤਿਮਾ ਬਣਾ ਲੈਣੀ ਤੇ ਕਹਿਣਾ ਵੀ ਐਸਾ ਹੈ ਰੱਬ, ਉਹਨੂੰ ਪੂਜੀ ਜਾਓ। ਮੂਰਤੀ ਦੀ ਪੂਜਾ ਨਹੀਂ ਸੀ ਹੁੰਦੀ ਪਰਮਾਤਮਾ ਦੀ ਸੀ, ਪਰ ਉਹ ਇੱਕ ਪ੍ਰਤੀਕ ਬਣਾ ਲੈਂਦੇ ਸੀ ਕਿ ਐਸਾ।
ਜਿਵੇਂ ਇਕਲਵਿਆ ਨੇ ਜਿਹੜਾ ਆਪਣੇ ਗੁਰੂ ਦਰੋਣਾਚਾਰਿਆ ਸਨ, ਭੀਲਾਂ ਦਾ ਬੱਚਾ ਸੀ, ਬਾਣਾਂ ਦੀ ਸਿੱਖਿਆ ਨਹੀਂ ਸੀ ਦੇ ਸਕਦੇ ਉਹਨੂੰ, ਕਹਿੰਦਾ ਮੈਂ ਐਵੇਂ ਹੀ ਸਿੱਖ ਲਵਾਂਗਾ। ਉਹਨੇ ਗੁਰੂ ਦਰੋਣਾਚਾਰਿਆ ਦੀ ਮੂਰਤੀ ਬਣਾ ਲਈ ਸੀ ਤੇ ਮੂਰਤੀ ਦੇ ਨਾਲ ਹੀ ਵੱਡਾ ਧਨੁਸ਼ਧਾਰੀ ਬਣ ਗਿਆ। ਇਹ ਜਿਹੜੀ ਗੱਲ ਹੈ, ਇਹ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸੁੰਦਰ ਰੂਪ ਹੈ ਉਹਨੂੰ ਧਿਆਨ ਦੇ ਵਿੱਚ ਜੋੜ ਲਿਆ ਹੈ। ਭਇਓ ਵਿਦੇਹ ਦੇਹ ਸੁਧ ਨਾਹੀ, ਸੁਖ ਅਮੋਲ ਪਾਇਓ ਔਰ ਮਾਹੀ। ਇੰਨੀ ਉੱਤੇ ਚਲੀ ਗਈ ਸੁਰਤ ਵਿਦੇਹ ਹੋ ਗਈ। ਵਿਦੇਹ ਦਾ ਮਤਲਬ ਪਤਾ ਕੀ ਹੁੰਦਾ? ਜਿਵੇਂ ਜਦੋਂ ਅਸੀਂ ਰਾਤ ਨੂੰ ਸੌਂਦੇ ਹਾਂ, ਇੱਕ ਵਾਰੀ ਅਸੀਂ ਦੇਹ ਤੋਂ ਬਾਹਰ ਹੀ ਚਲੇ ਜਾਂਦੇ, ਸੁੱਤਿਆਂ ਕੋਲ ਕੋਈ ਚੋਰੀ ਕਰਕੇ ਲੈ ਜੇ ਪਤਾ ਤੇ ਨਹੀਂ ਨਾ ਲੱਗਦਾ। ਤੇ ਜੇ ਕੋਈ ਕਹੇ ਵੀ ਤੂੰ ਚੋਰੀ ਕਰਕੇ ਤੁਹਾਡੇ ਕੋਲੋਂ ਦੀ ਲੰਘ ਗਿਆ, ਤੁਸੀਂ ਕਿੱਥੇ ਗਏ? ਮੈਂ ਇੱਥੇ ਹੀ ਪਿਆ ਸੀ। ਤੇ ਫਿਰ ਉਹਨੂੰ ਵੇਖਿਆ ਕਿਉਂ ਨਹੀਂ? ਵੇਖਿਆ ਇਸ ਲਈ ਨਹੀਂ, ਜਿਹਨੇ ਵੇਖਣਾ ਸੀ ਕੰਨ ਤੇ ਹੈਗੇ ਸੀ, ਖੜਕਾ ਸੁਣਿਆ ਹੀ ਨਹੀਂ। ਕਿਉਂ? ਕੰਨ ਨਹੀਂ ਖੜਕਾ ਸੁਣਦੇ, ਸੁਣਦਾ ਮਨ ਹੀ ਹੈ। ਜਿਹਨੇ ਸੁਣਨਾ ਉਹ ਸੁਪਨਿਆਂ 'ਚ ਪਤਾ ਨਹੀਂ ਕਿੱਥੇ ਗਿਆ ਹੋਇਆ ਸੀ। ਚੋਰ ਚੋਰੀ ਕਦੋਂ ਕਰਦੇ ਨੇ? ਜਦੋਂ ਬੰਦਾ ਸੁੱਤਾ ਹੋਏ। ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਦੋਂ ਹੀ ਲੁੱਟਦੇ ਨੇ ਜਦੋਂ ਮਨ ਗਿਆਨ ਵੱਲੋਂ ਸੁੱਤਾ ਹੁੰਦਾ ਹੈ। ਉਵੇਂ ਤੇ ਲੁੱਟਿਆ ਨਹੀਂ ਜਾਂਦਾ। ਮਹਾਰਾਜ ਬਾਣੀ 'ਚ ਕਹਿੰਦੇ ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਸਹਿ ਮਨ ਮਾਹੇ। ਭਾਈ ਲਹਿਣਾ ਜੀ ਨੇ ਜਿਹੜਾ ਧਿਆਨ ਹੈ ਇੰਨਾ ਡੂੰਘਾ ਜੋੜ ਲਿਆ, ਦੇਹ ਤੋਂ ਵਧੇ ਹੋ ਗਏ। ਇਹ ਕਈਆਂ ਨਾਲ ਅਵਸਥਾ ਐਸੀ ਬਣ ਜਾਂਦੀ ਹੈ, ਕੋਈ ਵੱਡੀ ਗੱਲ ਨਹੀਂ ਹੈ। ਕਈ ਐਸੇ ਹੈਗੇ ਨੇ ਮਹਾਂਪੁਰਖ, ਕਈ ਸਿੰਘ ਗੁਰਸਿੱਖ ਐਸੇ ਹੈਗੇ ਨੇ ਜਿਹੜੇ ਨਾਮ ਜਪਦਿਆਂ ਜਪਦਿਆਂ ਵਧੇ ਹੋ ਜਾਂਦੇ ਨੇ। ਦੇਹ ਇੱਥੇ ਪਈ ਰਹੇਗੀ, ਭਾਵ ਆਪ ਕਿਤੇ ਹੋਰ ਹੋਣਗੇ। ਉਹਨਾਂ ਨੂੰ ਪਤਾ ਹੁੰਦਾ ਪਰ ਮੇਰੀ ਦੇਹ ਪਿੱਛੇ ਪਈ ਹੈ। ਸੁਪਨੇ ਵਿੱਚ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਅਸੀਂ ਦੇਹ 'ਚ ਆ ਕੇ ਬਾਹਰ ਆ। ਉਹਦੇ ਕੋਈ ਜ਼ਿਆਦਾ ਹੀ ਕਿਤੇ ਜ਼ੋਰ ਲਾ ਕੇ ਤੜਕਾ, ਕੋਈ ਖੜਕਾ ਹੋਏ, ਫਿਰ ਸੁਣਾਈ ਦਿੰਦੇ ਨੇ ਕੰਨ ਨਾਲ, ਉਵੇਂ ਨਹੀਂ ਸੁਣਾਈ ਦਿੰਦੇ। ਭਾਈ ਲਹਿਣਾ ਜੀ ਦਾ ਧਿਆਨ ਏਡਾ ਪੱਕਾ ਹੈ, ਨਾਲ ਦੀ ਨਾਲ ਵਧੇ ਹੋ ਗਏ ਨੇ। ਅਸਲ ਦੇ ਵਿੱਚ ਇਹ ਅਵਸਥਾ ਹੈ ਬੜੀ ਵੱਡੀ। ਜਿਵੇਂ ਸੰਗਤ ਕੀਰਤਨ ਸੁਣ ਰਹੇ ਆ, ਹੁਣ ਬਾਹਰ ਰੌਲਾ ਪੈ ਜਾਏ, ਇਹਦੇ ਦੇਹ ਵਿੱਚ ਵੀ ਹੈ ਨਹੀਂ, ਸਾਰਾ ਧਿਆਨ ਬਾਹਰ ਪਾਰ ਪਤਾ ਨਹੀਂ ਕੀ ਹੋਵੇ। ਤੇ ਜਿਨ੍ਹਾਂ ਥੋੜਾ ਧਿਆਨ ਕੱਚਾ ਉਹਦੇ ਉੱਠ ਕੇ ਚੱਲ ਵੀ ਪੈਂਦੇ ਨੇ ਬਾਹਰ ਨੂੰ, ਵੇਖੋ ਭਈ ਇਹ ਕੀ ਹੈ। ਕਿਉਂ? ਧਿਆਨ ਅਜੇ ਜੁੜਦਾ ਨਹੀਂ। ਜਿਵੇਂ ਨਿਤਨੇਮ ਕਰ ਰਹੇ ਹੋਈਏ ਤੇ ਕੋਈ ਬਾਹਰ ਕੋਈ ਉਵੇਂ ਮਾੜੀ ਮੋਟੀ ਗੱਲ ਕਿਸੇ ਦੀ ਹੋ ਜਾਏ, ਮਨੁੱਖ ਸੋਚਦਾ ਨਿਤਨੇਮ ਨੂੰ ਥੋੜਾ ਬੰਦ ਕਰ, ਬਾਹਰ ਵੇਖੀਏ ਪਹਿਲਾਂ। ਕਿਉਂ? ਧਿਆਨ ਕੱਚਾ ਹੈ, ਧਿਆਨ ਪੱਕਿਆ ਹੋਇਆ ਨਹੀਂ ਹੈ। ਨੇਚਲ ਬੈਠਿਓ ਧਿਆਨ ਨਿਭਣਾ, ਗੁਰ ਸਰੂਪ ਕੀ ਇੱਕ ਲਿਵ ਲਗਨਾ। ਬਿਲਕੁਲ ਨਿਮਗਨ ਹੋ ਗਏ ਨੇ, ਮਗਨ ਹੋ ਕੇ ਧਿਆਨ ਗੁਰੂ ਦੇ ਚਰਨਾਂ ਵਿੱਚ ਜੋੜ ਲਿਆ ਹੈ। ਸ਼੍ਰੀ ਗੁਰ ਬੰਦੇ ਪ੍ਰੇਮ ਕੀ ਡੋਰੀ, ਨਿਜ ਤਪ ਕਰਨ ਦੀਨ ਤਬ ਛੋਰੀ। ਮਹਾਰਾਜ ਜੀ ਨੇ ਉਹਨਾਂ ਨੂੰ ਪ੍ਰੇਮ ਦੀ ਡੋਰੀ ਦੇ ਵਿੱਚ ਬੰਨ ਲਿਆ ਤੇ ਉਹ ਬਿਲਕੁਲ ਪ੍ਰੇਮ ਦੀ ਡੋਰੀ ਦੇ ਵਿੱਚ ਬੱਝੇ ਹੋਏ ਧਿਆਨ ਮਹਾਰਾਜ ਨਾਲ ਭਾਈ ਲਹਿਣਾ ਜੀ ਨੇ ਜੋੜਿਆ ਹੋਇਆ ਹੈ। ਤਟ ਪਰ ਆਏ ਦਾਸ ਕੋ ਹੇਰਾ, ਜੇ ਸੁਧ ਨਹਿ ਤਨ ਕੀ ਤਿਸ ਬੇਰਾ। ਗੁਰੂ ਨਾਨਕ ਸਾਹਿਬ ਜੀ ਬਾਹਰ ਆਏ ਇਸ਼ਨਾਨ ਕਰਕੇ ਰਾਵੀ ਚੋਂ। ਉਹਨਾਂ ਵੇਖਿਆ ਕਿ ਭਾਈ ਲਹਿਣਾ ਤੇ ਸਰੀਰ 'ਚ ਨਹੀਂ ਹੈ। ਇਹਨਾਂ ਦੀ ਸੋਧੀ ਜਿਹੜੀ 10ਵੇਂ ਦੀਵਾਰ ਚੱਪੜੀ ਹੋਈ ਹੈ। ਵੈਸੇ ਨਾਮ ਸਿਮਰਨ ਕਰਦਿਆਂ ਕਰਦਿਆਂ ਜਦੋਂ ਆ ਸਿਰ ਦੇ ਉਤਲੇ ਬੰਨੇ, ਥੋੜ੍ਹੇ ਜਿਹੇ ਉਤਲੇ ਬੰਨੇ ਜਿੱਥੇ ਤਾਂ ਹੀ ਛਿੱਟੇ ਦਿੰਦੇ ਨੇ ਸਿਰ ਦੇ ਵਿੱਚ ਅੰਮ੍ਰਿਤ ਛਕਾਉਂਦੇ ਆ, ਜਦੋਂ ਉੱਤੇ ਨਾਮ ਜਪਦਿਆਂ ਜਪਦਿਆਂ ਜਦੋਂ ਪੂਰੀ ਸਵਾਸ ਨੇ ਨਾਭੀ ਤੋਂ ਲੈ ਕੇ ਉੱਤੇ ਤੇ ਟਕਰਾਉਣ, ਉਹਨੂੰ ਕਹਿੰਦੇ ਨੇ ਵੀ ਇਹ ਥੋੜ੍ਹਾ ਥੋੜ੍ਹਾ 10ਵੇਂ ਦੀਵਾਰ ਨੂੰ ਚੱਲ ਪਿਆ। ਜੋਗੀਆਂ ਵਾਲੀ ਗੱਲ ਨਹੀਂ ਹੈ। ਜੇ ਕੋਈ ਵੀ ਨਾਮ ਜਪੇ ਉਹਨੂੰ ਮਹਿਸੂਸ ਹੋ ਜਾਏਗਾ, ਕੋਈ ਵੱਡੀ ਗੱਲ ਥੋੜ੍ਹੀ ਨਹੀਂ। ਇਹ ਹੌਲੀ ਹੌਲੀ ਨਾਮ ਜਪੋ। ਜਿਉਂ-ਜਿਉਂ ਅਸੀਂ ਵਾਸੀਆਂ ਲੈਂਦੇ ਹਾਂ ਨਾ, ਨਾਮ ਜਪਦਿਆਂ ਵਾਸੀਆਂ ਆਉਂਦੀਆਂ ਨੇ, ਬਾਣੀ ਪੜ੍ਹਦਿਆਂ ਆਉਂਦੀਆਂ ਨੇ। ਉਹ ਇਹੀ ਕਾਰਨ ਹੈ, ਅੰਦਰੋਂ ਜਿਹੜੀ ਵਕਾਰਾਂ ਦੀ ਜਿਹੜੀ ਮੈਲ ਹੈ ਉਹ ਨਿਕਲ ਰਹੀ ਹੈ। ਇੱਕ ਦਿਨ ਐਸਾ ਆਏਗਾ ਫਿਰ ਨਹੀਂ ਹੋਣਗੀਆਂ, ਫਿਰ ਜਪਣ ਦੀ ਵੀ ਲੋੜ ਨਹੀਂ, ਫਿਰ ਉਹ ਦੂਜਾ ਜਾਪ ਹੋ ਜਾਏਗਾ। ਪਹਿਲਾਂ ਤੇ ਮੂੰਹ ਨਾਲ ਜਪਣਾ ਪੈਂਦਾ,
ਹੌਲੀ ਹੌਲੀ ਮਨ ਵਿੱਚ ਚੱਲ ਪੈਂਦਾ। ਫਿਰ ਮੂੰਹ ਬੰਦ ਹੀ ਰੱਖਣਾ ਬਸ, ਅੰਦਰ ਵਾਹਿਗੁਰੂ ਵਾਹਿਗੁਰੂ ਚੱਲ ਰਿਹਾ ਹੈ, ਸੁਰਤ ਬੜੀ ਦੂਰ ਪਹੁੰਚ ਜਾਂਦੀ ਹੈ। ਐਸਾ ਹੁੰਦਾ ਹੈ ਸਾਰਾ ਕੁਝ, ਕੋਈ ਅਤ ਕਥਨੀਆਂ ਨਹੀਂ ਹੈ, ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ ਵੀ ਭਾਈ ਲਹਿਣਾ ਜੀ ਦੇ ਜਿਹੜੇ ਸਵਾਸ ਨੇ, ਨਾਮ ਜਪਦਿਆਂ ਜਪਦਿਆਂ ਇਹਨਾਂ ਦੀ ਸੁਰਤ ਬੜੀ ਅੱਗੇ ਨਿਕਲ ਗਈ ਹੈ। ਗਹਿਰ ਰੂਪ ਨੇ ਪਿਖੇ ਅਨੂਪਾ, ਅੰਤਰ ਧਿਆਨ ਰੂਪ ਅਨਰੂਪਾ। ਮਹਾਰਾਜ ਜੀ ਬਾਹਰ ਨਿਕਲੇ, ਭਾਈ ਲਹਿਣਾ ਜੀ ਨੂੰ ਪਤਾ ਨਹੀਂ ਲੱਗਾ ਗੁਰੂ ਨਾਨਕ ਸਾਹਿਬ ਕੀ ਵੇਖਦੇ ਨੇ। ਜਪ ਕਰਦਿਆਂ ਕਰਦਿਆਂ ਇਹਨਾਂ ਦਾ ਜਿਹੜਾ ਰੂਪ ਹੈ ਉਹ ਵੀ ਅਨੂਪ ਹੋ ਗਿਆ ਹੈ। ਇਹ ਛਿਨ ਰੂਪ ਧਿਆਨ ਮਹਿ ਜੋ, ਲਹਿਣੇ ਤੇ ਛਿਪਾਏ ਲਿਓ ਸੋ। ਮਹਾਰਾਜ ਜੀ ਨੇ ਫਿਰ ਕੀ ਕੀਤਾ ਵੀ ਇਹਨਾਂ ਨੂੰ ਉਠਾਉਣਾ ਵੀ ਹੁਣ ਕਿਵੇਂ ਉਠਾਈਏ। ਜਿਹੜੇ ਧਿਆਨ ਦੇ ਵਿੱਚ ਉਹ ਬੈਠੇ ਸੀ ਨਾ, ਜਿੱਥੇ ਉਹਨਾਂ ਦਾ ਧਿਆਨ ਗਿਆ, ਗੁਰੂ ਤੇ ਜਾਣ ਹੀ ਜਾਣਾ ਵੀ ਕਿੱਥੇ ਗਿਆ ਹੈ ਧਿਆਨ। ਜਿਹੜੇ ਮਹਾਰਾਜ ਦੇ ਰੂਪ ਦਾ ਧਿਆਨ ਰੱਖੇ, ਮਹਾਰਾਜ ਨੇ ਛੁਪਾ ਲਿਆ ਉਹਨਾਂ ਤੋਂ ਸੁਰਤੀ ਦੇ ਵਿੱਚ ਹੀ। ਨਾਲ ਦੀ ਨਾਲ ਮਹਾਰਾਜ ਨੇ ਰੂਪ ਨੂੰ ਛੁਪਾ ਲਿਆ ਹੈ। ਤਬ ਸਭ ਭ੍ਰਮ ਹੋਏ ਖੁੱਲੇ ਬਿਲੋਚਨ, ਦੇਖੇ ਆਗੈ ਸੋਚ ਵਿਮੋਚਨ। ਹੁਣ ਮਹਾਰਾਜ ਜੀ ਨੇ ਜਦੋਂ ਧਿਆਨ ਦੇ ਵਿੱਚ ਆਪਣਾ ਰੂਪ ਹੀ ਖਿੱਚ ਲਿਆ, ਇੱਕਦਮ ਅੱਖਾਂ ਖੁੱਲ ਗਈਆਂ। ਭਾਈ ਲਹਿਣਾ ਜੀ ਕੀ ਵੇਖਦੇ ਨੇ, ਅੱਗੇ ਗੁਰੂ ਨਾਨਕ ਸਾਹਿਬ ਜੀ ਖੜੇ ਹਨ। ਹਾਥ ਬੰਦ ਕੈ ਕੀਨ ਪ੍ਰਣਾਮਾ, ਲੈ ਨੇਜ ਸੰਗ ਚੱਲੇ ਸੁਖ ਧਾਮਾ। ਮਹਾਰਾਜ ਜੀ, ਭਾਈ ਲਹਿਣਾ ਜੀ ਨੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ। ਪਰ ਗੁਰੂ ਨਾਨਕ ਸਾਹਿਬ ਜੀ ਅੱਜ ਭਾਈ ਲਹਿਣਾ ਜੀ ਨੂੰ ਲੈ ਕੇ ਹੁਣ ਧਰਮਸ਼ਾਲ ਵੱਲ ਨੂੰ ਚਲੇ ਗਏ ਹਨ। ਧਰਮਸ਼ਾਲ ਮਹਿ ਆਨ ਬਿਰਾਜੇ, ਜੋ ਸਿੱਖਨ ਕੇ ਸਭ ਸੁਖ ਛਾਜੇ। ਮਹਾਰਾਜ ਜੀ ਆ ਕੇ ਧਰਮਸ਼ਾਲ 'ਚ, ਜਿਵੇਂ ਆਪਣੇ ਗੁਰਦੁਆਰਾ ਸਾਹਿਬ 'ਚ ਵੱਡਾ ਥੜਾ ਬਣਿਆ, ਐਵੇਂ ਮਹਾਰਾਜ ਉੱਚੇ ਥਾਂ ਤੇ ਬਹਿੰਦੇ, ਸੰਗਤ ਐਵੇਂ ਥੱਲੇ ਬਹਿੰਦੀ ਤੇ ਮਹਾਰਾਜ ਵਿਰਾਜਮਾਨ ਹੋ ਗਏ ਨੇ, ਸਾਰੀ ਸੰਗਤ ਥੱਲੇ ਬੈਠੀ ਹੋਈ ਹੈ। ਲਹਿਣੇ ਕੋ ਬਿਠਾਏ ਤਿਹ ਕਾਲਾ, ਸੰਗਤ ਸਰਬ ਬੁਲਾਏ ਬਿਸਾਲਾ। ਮਹਾਰਾਜ ਜੀ ਨੇ ਭਾਈ ਲਹਿਣੇ ਜੀ ਨੂੰ ਭਾਇਆ ਤੇ ਸਾਰੀ ਸੰਗਤ ਨੂੰ ਬੁਲਾ ਲਿਆ ਹੈ। ਦੋਨੋਂ ਸੁਤ ਕੋ ਨਿਕਟ ਹਕਾਰਾ, ਆਏ ਤਬੇ ਧਰਮਸਾਲ ਮਝਾਰਾ। ਮਹਾਰਾਜ ਜੀ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਵੀ ਸੱਦਿਆ ਵੀ ਤੁਸੀਂ ਵੀ ਆ ਜਾਓ। ਹੁਣ ਸਾਰੇ ਆ ਕੇ ਉੱਥੇ ਧਰਮਸ਼ਾਲ 'ਚ ਇਕੱਠੇ ਹੋ ਗਏ ਹਨ। ਲਹਿਣੇ ਕੋ ਕਰਨਾ ਯੁੱਧ ਹੇਰਾ, ਲੀਏ ਪੰਚ ਪੈਸੇ ਇੱਕ ਨਲਏਰਾ। ਮਹਾਰਾਜ ਜੀ ਨੇ ਭਾਈ ਲਹਿਣੇ ਜੀ ਨੂੰ ਬੜੀ ਕਿਰਪਾ ਦੇ ਨਾਲ, ਬੜੇ ਪ੍ਰੇਮ ਨਾਲ ਵੇਖਿਆ ਤੇ ਮਹਾਰਾਜ ਜੀ ਨੇ ਇੱਕ ਨਾਰੀਅਲ ਲੈ ਲਿਆ ਤੇ 5 ਪੈਸੇ ਜਿਹੜੇ ਹੱਥ ਵਿੱਚ ਲੈ ਲਏ ਹਨ। ਕੀਨ ਪ੍ਰਤ ਛੱਦਨ ਤੀਨ ਚੁਫੇਰੇ, ਕਰਤੇ ਧਰ ਕੇ ਭੇਟ ਅਗੇਰੇ। ਮਹਾਰਾਜ ਜੀ ਨੇ 3 ਵਾਰੀ ਪ੍ਰਤੱਖਣਾ ਕੀਤੀ, ਜਿਵੇਂ ਆਪਾਂ ਪਰਿਕਰਮਾ ਕਰਦੇ ਆ ਨਾ, ਮਹਾਰਾਜ ਨੇ ਐਵੇਂ ਪਰਿਕਰਮਾ ਕੀਤੀ ਭਾਈ ਲਹਿਣੇ ਦੀ, ਗੁਰੂ ਨਾਨਕ ਸਾਹਿਬ ਜੀ ਨੇ 3 ਵਾਰੀ ਪਰਿਕਰਮਾ ਕਰਕੇ, ਚੌਥੀ ਵਾਰੀ ਆ ਕੇ ਉਹ ਜਿਹੜਾ ਨਾਰੀਅਲ ਸੀ ਤੇ ਪੈਸੇ ਸੀ ਭਾਈ ਲਹਿਣਾ ਜੀ ਦੇ ਅੱਗੇ ਰੱਖਿਆ ਤੇ ਮਹਾਰਾਜ ਜੀ ਨੇ ਉਹਨਾਂ ਨੂੰ ਮੱਥਾ ਟੇਕ ਦਿੱਤਾ ਹੈ। ਹਾਥ ਜੋਰ ਕੈ ਸੀਸ ਨਿਵਾਇਓ, ਲਹਿਣਾ ਪੇਖ ਡਰਿਓ ਬਿਸਮਾਇਓ। ਮਹਾਰਾਜ ਜੀ ਨੇ ਹੱਥ ਜੋੜ ਕੇ ਸੀਸ ਨਵਾਇਆ, ਪਰ ਭਾਈ ਲਹਿਣਾ ਜੀ ਇਹ ਵੇਖ ਕੇ ਬੜੇ ਡਰ ਗਏ ਹਨ। ਔਰ ਵਿਚਾਰ ਵਿਪਰੀਤ ਮਹਾਨਾ, ਤੇ ਛਿਨ ਇਹ ਬਿਦ ਬਚਨ ਬਖਾਨਾ। ਭਾਈ ਲਹਿਣਾ ਜੀ ਨੇ ਕਿਉਂਕਿ ਮਨ ਵਿੱਚ ਸੋਚਿਆ ਤੇ ਉਲਟੀ ਰੀਤ ਹੋ ਗਈ ਵੀ ਅੱਜ ਮੇਰੇ ਗੁਰੂ ਨੇ ਮੇਰੇ ਅੱਗੇ ਮੱਥਾ ਟੇਕਿਆ, ਇਹ ਰੀਤ ਠੀਕ ਨਹੀਂ। ਡਰ ਰਹੇ ਨੇ, ਮਨ ਦੇ ਵਿੱਚ ਡਰ ਗਏ ਵੀ ਅੱਜ ਗੁਰੂ ਮੱਥਾ ਟੇਕ ਰਿਹਾ ਹੈ। ਤਾਂ ਕਰਕੇ ਉਹਨਾਂ ਮੱਥਾ ਟੇਕ ਕੇ ਭਾਈ ਲਹਿਣਾ ਜੀ ਨੇ ਫਿਰ ਪੁੱਛਿਆ ਹੈ ਗੁਰੂ ਨਾਨਕ ਸਾਹਿਬ ਜੀ ਨੂੰ, ਤੁਮ ਕਰਤਾਰ ਸਰਬ ਸਿਰ ਤਾਜਾ, ਪਰਮ ਪਰਮੇਸ਼ਵਰ ਸ੍ਰੀ ਮਹਾਰਾਜਾ। ਮਹਾਰਾਜ ਜੀ ਕਹਿਣ ਲੱਗੇ, ਭਾਈ ਲਹਿਣਾ ਜੀ ਕਹਿੰਦੇ ਨੇ, ਮਹਾਰਾਜ ਤੁਸੀਂ ਤੇ ਰੱਬ ਹੋ, ਕਰਤਾਰ ਹੋ, ਸਾਰੇ ਰਾਜਿਆਂ ਦੇ ਰਾਜੇ ਹੋ ਤੇ ਆਪ ਤੇ ਪਰਮੇਸ਼ਰ ਦਾ ਸਵਰੂਪ ਹੋ। ਜਿਸ ਤਨ ਕੋ ਤੁਮ ਨੈ ਸਿਰ ਨਿਆਇਓ, ਉਚਿਤ ਬੜੇ ਦੁੱਖ ਮੈਂ ਲੱਖ ਪਾਇਓ। ਮਹਾਰਾਜ ਜੀ ਜਿਹੜੇ ਸੀਸ ਨੂੰ, ਜਿਹਨੂੰ ਤੁਸੀਂ ਮੱਥਾ ਟੇਕਿਆ ਹੈ,
ਜਿਹਨੂੰ ਮੈਨੂੰ ਤੁਸੀਂ ਮੱਥਾ ਟੇਕਿਆ ਇਹ ਚੰਗਾ ਨਹੀਂ ਲੱਗਿਆ, ਮੈਨੂੰ ਇਹ ਵੇਖ ਕੇ ਬੜਾ ਦੁੱਖ ਹੋਇਆ ਹੈ। ਦੋਹਰਾ ਸੁਣ ਕੈ ਸ੍ਰੀ ਗੁਰ ਤਬ ਕਹਿਓ ਕਿਰਪਾ ਰਸੀਲੇ ਨੈਣ। ਮਹਾਰਾਜ ਜੀ ਨੇ ਇਹ ਸੁਣ ਕੇ ਕਿਰਪਾ ਭਰੇ ਨੈਣਾ ਦੇ ਨਾਲ ਭਾਈ ਲਹਿਣਾ ਜੀ ਨੂੰ ਵੇਖਿਆ ਹੈ। ਪੁਰਖਾ ਬਸ ਤੂਸਨ ਕਰੋ ਬਹੁਰ ਨਾ ਬੋਲੋ ਬੈਣ। ਮਹਾਰਾਜ ਕਹਿੰਦੇ ਪੁਰਖਾ ਬਸ ਹੁਣ ਚੁੱਪ ਹੋ ਜਾ, ਹੁਣ ਨਹੀਂ ਬੋਲਣਾ। ਕਹਿੰਦੇ ਹੁਣ ਤੂੰ ਚੁੱਪ ਹੋ ਜਾ, ਅੱਗੇ ਹੋਰ ਕੋਈ ਵੀ ਬਚਨ ਮੂੰਹ ਦੇ ਵਿੱਚੋਂ ਨਹੀਂ ਕਹਿਣਾ ਹੈ। ਚੋਪਈ ਜੋ ਉਚਰੋ ਸੋ ਹੋਵੇ ਸਾਚੀ, ਪੁੰਨ ਅਸ ਕਰੋ ਨਾ ਗਿਰਾ ਉਬਾਚੀ। ਕਹਿੰਦੇ ਪੁਰਖਾ ਹੁਣ ਜੋ ਵੀ ਤੂੰ ਮੂੰਹ ਚੋਂ ਬੋਲੇਗਾ ਉਹ ਸੱਚ ਹੋ ਜਾਣਾ, ਹੁਣ ਤੋਂ ਬਾਅਦ ਨਹੀਂ ਐਵੇਂ ਬੋਲਣਾ। ਕਿੱਡੀ ਵੱਡੀ ਅੱਜ ਸ਼ਕਤੀਆਂ ਜਿੰਨੀਆਂ ਵੀ ਨੇ ਗੁਰੂ ਨਾਨਕ ਸਾਹਿਬ ਕੋਲ ਸਾਰੀਆਂ ਹੀ ਦੇ ਦਿੱਤੀਆਂ। ਸਾਧ ਸੰਗਤ ਜੀ ਯਾਦ ਕਰਿਓ, ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀਆਂ ਸੀ ਉਸ ਦਿਨ ਵੀ ਇਹੀ ਕਿਹਾ ਸੀ। ਸੰਗਤ ਰੋ ਰਹੀ ਸੀ ਉਸ ਦਿਨ ਵੀ, ਮਹਾਰਾਜ ਨੇ ਦੱਸ ਦਿੱਤਾ ਸੀ ਅਸੀਂ ਚਲੇ ਜਾਣਾ ਹੈ। ਸੰਗਤ ਰੋਂਦੀ ਕਹਿਣ ਲੱਗੀ ਮਹਾਰਾਜ ਹੁਣ ਅੱਗੇ। ਮਹਾਰਾਜ ਨੇ ਇੱਕੋ ਵਾਰੀ ਕਿਹਾ ਸੰਗਤ ਜੀ ਰੋਣਾ ਨਹੀਂ ਹੋਣਾ, ਜੋ ਕੁਝ ਵੀ ਹੈ ਸੀ ਮੇਰੇ ਕੋਲ ਹੁਣ ਇੱਧਰ ਚਲਾ ਗਿਆ। ਗੁਰੂ ਗ੍ਰੰਥ ਸਾਹਿਬ ਜੀ ਨਾਲ ਸਭ ਸ਼ਕਤੀਆਂ ਨੇ, ਜੋ ਜਿਵੇਂ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਨਾ ਗੁਰੂ ਅੰਗਦ ਸਾਹਿਬ ਜੀ ਨੂੰ, ਐਵੇਂ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੁਣ ਰੋਣਾ ਨਹੀਂ, ਹੁਣ ਇੱਧਰ ਕਰਨੀ ਹੈ ਅਰਦਾਸ, ਜੋ ਵੀ ਮੇਰੇ ਕੋਲ ਹੈ ਇੱਧਰ ਚਲਾ ਗਿਆ। ਤੇ ਆਪ ਜੀ ਕੜੇ ਉਸ ਨਜ਼ਰਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਜੇ ਵੇਖੀਏ, ਅੱਜ ਤੁਮ ਹੋ ਸਭ ਰਾਜਨ ਕੇ ਰਾਜਾ, ਸਾਰੇ ਰਾਜਿਆਂ ਦੇ ਰਾਜੇ ਮਹਾਰਾਜ ਅੱਜ ਵੀ ਉਵੇਂ ਹੀ। ਜਿਹੜੇ ਸੇਵਕ ਮੈਂ ਕਈ ਵਾਰੀ ਵੇਖਿਆ, ਆਪਣੇ ਜ਼ਿੰਦਗੀ ਵਿੱਚ ਅਨੁਭਵ ਵੀ ਕੀਤਾ ਹੈ, ਜਿਨ੍ਹਾਂ ਨੇ ਵੀ ਜਿਨ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ, ਜਿਨ੍ਹਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਕੇ ਬੜੇ ਪ੍ਰੇਮ ਭਾਵ ਨਾਲ ਇੱਥੇ ਸੇਵਾ ਕੀਤੀ ਹੈ ਗੁਰਦੁਆਰੇ, ਉਹਨਾਂ ਨੂੰ ਕਮੀਆਂ ਕੋਈ ਨਹੀਂ ਗੁਰੂ ਨੇ। ਜਿਹੜੀ ਉਹਨਾਂ ਦੀ ਇੱਛਾ ਸੀ ਉਹ ਪੂਰੀ ਹੋਈ ਹੈ, ਖਾਲੀ ਕੋਈ ਨਹੀਂ ਗਿਆ। ਮਹਾਰਾਜ ਜੀ ਨੇ ਭਾਈ ਲਹਿਣਾ ਜੀ ਨੂੰ ਕਿਹਾ ਭਾਈ ਲਹਿਣਾ ਹੁਣ ਅੱਜ ਤੋਂ ਬਾਅਦ ਕੋਈ ਐਸਾ ਬਚਨ ਨਾ ਬੋਲੇ। ਕਿਉਂ ਮਹਾਰਾਜ? ਅੱਜ ਤੋਂ ਬਾਅਦ ਜੋ ਤੁਸੀਂ ਕਹਿਣਾ ਹੈ ਤੁਹਾਡੀ ਗੱਲ ਅੱਜ ਤੋਂ ਬਾਅਦ ਸੂਰਜ ਨੂੰ ਵੀ ਮੰਨਣੀ ਪੈਣੀ ਹੈ। ਜੇ ਤੁਸੀਂ ਸੂਰਜ ਨੂੰ ਵੀ ਕਹਿ ਦਿੱਤਾ ਹੁਣ ਗਰਮੀ ਘਟਾ ਦੇ, ਸੂਰਜ ਨੂੰ ਵੀ ਗਰਮੀ ਘਟਾਉਣੀ ਪੈਣੀ ਹੈ, ਕਿਉਂਕਿ ਅੱਜ ਤੋਂ ਬਾਅਦ ਦੁਨੀਆ ਦੇ 5 ਤੱਤ ਤੁਹਾਡੇ ਵੱਸ ਦੇ ਵਿੱਚ ਨੇ। ਇਹ ਜਿੰਨੀ ਸ੍ਰਿਸ਼ਟੀ ਹੈ ਤੁਹਾਡੇ ਵੱਸ ਵਿੱਚ ਹੈ। ਅੱਜ ਤੋਂ ਬਾਅਦ ਸ੍ਰਿਸ਼ਟੀ ਤੁਹਾਡੇ ਤੋਂ ਬਾਹਰ ਨਹੀਂ ਜਾ ਸਕਦੀ ਹੈ। ਆਇਸ ਮਨੋ ਅਸ ਮਤ ਮੇਰੋ, ਭਾ ਸਭ ਕੋ ਗੁਰ ਹਵੈ ਜਗ ਚੇਰੋ। ਮਹਾਰਾਜ ਜੀ ਕਹਿੰਦੇ ਨੇ ਹੁਣ ਮੇਰੀ ਇਹ ਗੱਲ ਮੰਨਣੀ ਕਰੋ, ਅੱਜ ਤੋਂ ਤੁਸੀਂ ਸਾਰੇ ਜਗਤ ਦੇ ਗੁਰੂ ਬਣ ਗਏ ਹੋ। ਅੰਗਦ ਨਾਮ ਆਜ ਤੇ ਹੋਹੀ, ਨਿਜ ਅੰਗਨ ਤੇ ਕਿਨੋ ਤੋਹੀ। ਮਹਾਰਾਜ ਕਹਿੰਦੇ ਅੱਜ ਤੋਂ ਤੁਹਾਡਾ ਨਾਮ ਲੈਣਾ ਨਹੀਂ ਅੰਗਦ ਹੈ। ਅੰਗਦ ਕਿਉਂ ਹੈ? ਤੁਸੀਂ ਮੇਰੇ ਅੰਗ ਸੰਗ ਰਹੇ ਹੋ। ਮੈਂ ਆਪਣੇ ਅੰਗ ਸੰਗ ਰੱਖ ਕੇ ਤੁਹਾਨੂੰ ਅੰਗਦ ਬਣਾ ਦਿੱਤਾ। ਅੱਜ ਤੋਂ ਤੁਹਾਡਾ ਨਾਮ ਲੈਣਾ ਨਹੀਂ, ਅੱਜ ਤੋਂ ਤੁਹਾਡਾ ਨਾਮ ਭਾਈ ਗੁਰੂ ਅੰਗਦ ਦੇਵ ਜੀ ਬਣ ਗਿਆ ਹੈ। ਸਿਮਰਨ ਸਤ ਨਾਮ ਪ੍ਰਗਟਾਵੋ, ਜਹਾਂ ਤਹਾਂ ਸਿੱਖੀ ਰੀਤ ਚਲਾਵੋ। ਅੱਜ ਤੋਂ ਬਾਅਦ ਇੱਕ ਕੰਮ ਕਰੋ, ਜਿੱਥੇ ਕਿੱਥੇ ਵੀ ਜਾਓ ਸਿੱਖੀ ਦੀ ਰੀਤ ਚਲਾਓ। ਜਿੱਥੇ ਕਿੱਥੇ ਵੀ ਜਾਣਾ ਸਤਨਾਮ ਜਪਾਉਣਾ ਬਸ, ਦੂਜਾ ਕਰਮ ਕੋਈ ਵੀ ਨਹੀਂ ਕਰਨਾ। ਅਸ ਕਹਿ ਪ੍ਰਭ ਦੁਐ ਰੂਪ ਸੁਹਾਇਓ, ਜਨ ਸ੍ਰੀ ਗੰਗ ਤਰੰਗ ਉਠਾਇਓ। ਕਹਿੰਦੇ ਐਵੇਂ ਅੱਜ ਤੋਂ ਬਾਅਦ ਹੁਣ ਗੁਰੂ ਸਾਹਿਬ ਜੀ ਦਾ ਦੂਜਾ ਰੂਪ ਸੁਹਾਰਿਆ ਹੈ। ਜਿਵੇਂ ਸਾਗਰ ਦੇ ਵਿੱਚ ਲਹਿਰ ਉੱਠ ਕੇ ਉਹ 'ਚ ਮਿਲ ਜਾਂਦੀ ਹੈ, ਐਵੇਂ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਸਾਹਿਬ ਦੇ ਵਿੱਚ ਮਿਲ ਗਏ ਹਨ। ਨੀਕੇ ਦੀਪਿਓ ਪ੍ਰਕਾਸ਼ ਵਿਸਾਲਾ, ਜਿਉ ਮਸਾਲ ਤੇ ਜਗੇ ਮਸਾਲਾ। ਕਹਿੰਦੇ ਹੁਣ ਗੁਰੂ ਅੰਗਦ ਸਾਹਿਬ ਜੀ ਦਾ ਕਹਿੰਦੇ ਰੂਪ ਬੜਾ ਸੁਹਾਵਣਾ ਲੱਗ ਰਿਹਾ ਹੈ। ਐਵੇਂ ਸਮਝ ਲਓ ਜਿਵੇਂ ਇੱਕ ਮਸ਼ਾਲ ਤੋਂ ਦੂਜੀ ਮਸ਼ਾਲ ਜਗ ਜਾਂਦੀ ਹੈ,
ਗੁਰੂ ਨਾਨਕ ਸਾਹਿਬ ਤੋਂ ਗੁਰੂ ਅੰਗਦ ਦੇਵ ਜੀ ਸੱਜ ਗਏ ਹਨ। ਜਗ ਮੈਂ ਉਲਟੀ ਗੰਗ ਵਹਾਈ, ਸਿੱਖ ਕੋ ਕਰ ਗੁਰ ਦੀ ਗੁਰਿਆਈ। ਜੱਗ ਦੇ ਵਿੱਚ ਉਲਟੀ ਗੰਗਾ ਵਹਿ ਗਈ। ਲੋਕੀ ਤੇ ਆਪਣੇ ਪੁੱਤਰਾਂ ਨੂੰ ਗੁਰਿਆਈਆਂ ਦਿੰਦੇ ਸਨ, ਆਪਣੇ ਘਰ ਦੇ ਵਿੱਚ ਗੱਦੀ ਰੱਖਦੇ ਸਨ, ਪਰ ਇਹ ਉਲਟਾ ਹੋ ਗਿਆ ਕੰਮ। ਆਪਣੇ ਸੇਵਕ ਨੂੰ ਹੀ ਗੱਦੀ ਦੇ ਦਿੱਤੀ, ਸੇਵਾ ਕਰਨ ਵਾਲੇ। ਇਹ ਦੁਨੀਆ ਦੇ ਵਿੱਚ ਜਿਹੜੀ ਐਵੇਂ ਮੰਨੋ ਗੰਗਾ ਉਲਟੀ ਚੱਲ ਪਈ ਹੈ। ਇਸ ਪ੍ਰਕਾਰ ਤੇ ਤਖਤ ਬਿਠਾਇਓ, ਬਹੁਰੋ ਸਭ ਸੋ ਬਚਨ ਲਾਇਓ। ਐਵੇਂ ਕਰਕੇ ਮਹਾਰਾਜ ਜੀ ਨੇ ਆ ਬਚਨ ਕਹਿੰਦੇ ਰਹੇ ਗੁਰੂ ਅੰਗਦ ਦੇਵ ਜੀ ਨੂੰ, ਭਾਈ ਲਹਿਣਾ ਜੀ ਨੂੰ ਆਪਣੇ ਤਖਤ ਤੇ ਬਾਇਆ, ਤੇ ਤਖਤ ਤੇ ਬਾ ਕੇ ਬਾਕੀ ਸਾਰਿਆਂ ਨੂੰ ਬਚਨ ਕਹਿ ਰਹੇ ਹਨ। ਜੇ ਕੋ ਹਵੈ ਮੇਰੋ ਅਨੁਸਾਰੀ, ਨਮੋ ਕਰਹਿ ਪਦ ਪਰ ਸਿਰ ਧਾਰੀ। ਕਹਿੰਦੇ ਜਿਹੜੇ ਜਿਹੜੇ ਵੀ ਹੁਣ ਸਾਰਿਆਂ ਨੂੰ ਕਹਿ ਰਹੇ ਨੇ, ਜਿਹੜੇ ਜਿਹੜੇ ਵੀ ਮੇਰੇ ਅਨੁਸਾਰ ਚੱਲਣ ਵਾਲੇ ਨੇ ਭਾਈ, ਸਾਰੇ ਖੜੇ ਹੋਵੋ, ਉੱਠ ਕੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੇ ਵਿੱਚ ਨਮਸਕਾਰ ਕਰ ਦਿਓ। ਮਮ ਸਰੂਪ ਕੋ ਜੈਸਾ ਜਾਣੈ, ਕਿਸੀ ਪ੍ਰਕਾਰ ਇਸੈ ਮਨ ਮਾਨੈ। ਜਿਵੇਂ ਤੁਸੀਂ ਮੇਰੇ ਸਰੂਪ ਨੂੰ ਮੰਨਦੇ ਸੋ, ਸੰਗਤ ਨੂੰ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ, ਜਿਵੇਂ ਤੁਸੀਂ ਮੈਨੂੰ ਸਮਝ ਰਹੇ ਸੋ, ਅੱਜ ਤੋਂ ਬਾਅਦ ਸਾਰਿਆਂ ਨੇ ਧੰਨ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਸਮਝਣਾ ਹੈ। ਸੁਨ ਰਜਾਏ ਸਤਿਗੁਰ ਕੀ ਤਬਹੀ, ਬੂਢੇ ਤੇ ਆਦਿਕ ਸਿੱਖ ਸਭਹੀ। ਮਹਾਰਾਜ ਜੀ ਦੀ ਇਹ ਜਦੋਂ ਗੱਲ ਸੁਣੀ, ਬਾਬਾ ਬੁੱਢਾ ਜੀ ਹੋਰ ਵੀ ਜਿੰਨੇ ਸਿੱਖ ਸਨ ਸਾਰੇ ਖੜੇ ਹੋ ਗਏ ਹਨ। ਰੁਖ ਬਿਲੋਕ ਕੈ ਦੋਖ ਨਿਕੰਦਨ, ਉਠ ਤਤਕਾਲ ਕੀਨ ਸਭ ਬੰਧਨ। ਕਹਿੰਦੇ ਗੁਰੂ ਜੀ ਦਾ ਇਸ਼ਾਰਾ ਵੇਖਿਆ ਸਾਰਿਆਂ ਨੇ ਵੀ ਗੁਰੂ ਜੀ ਕਹਿ ਰਹੇ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਮੱਥਾ ਟੇਕ ਤੋ, ਨਾਲੋਂ ਨਾਲ ਸਾਰੇ ਖੜੇ ਹੋਏ ਨੇ, ਗੁਰੂ ਅੰਗਦ ਸਾਹਿਬ ਜੀ ਨੂੰ ਮੱਥਾ ਸਾਰਿਆਂ ਟੇਕ ਦਿੱਤਾ ਹੈ। ਜੁਗਲ ਆਤਮਜ ਉਠੇ ਨਾ ਕੋਈ, ਬੈਠੇ ਰਹੇ ਮਾਨ ਭਰ ਸੋਈ। ਪਰ ਮਹਾਰਾਜ ਜੀ ਦੇ ਦੋਵੇਂ ਪੁੱਤਰ ਨਾ ਉੱਠੇ, ਨਾ ਬਾਬਾ ਸ਼੍ਰੀ ਚੰਦ ਜੀ ਉੱਠੇ ਤੇ ਨਾ ਬਾਬਾ ਲਖਮੀ ਜੀ। ਦੋਵੇਂ ਜਣੇ ਮਾਨ ਦੇ ਵਿੱਚ ਭਰੇ ਹੋਏ ਨੇ, ਉੱਠ ਨਹੀਂ ਰਹੇ ਹਨ। ਸ੍ਰੀ ਗੁਰ ਤਿਨ ਕੋ ਗਿਰਾ ਇਲਾਈ, ਤੁਮ ਭੀ ਉੱਠ ਬੰਦੋ ਸਿਰ ਨਿਆਈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪੁੱਤਰਾਂ ਨੂੰ ਕਿਹਾ, ਉੱਠੋ ਭਾਈ, ਤੁਸੀਂ ਵੀ ਮੱਥਾ ਟੇਕੋ। ਕਿੱਡੀ ਵੱਡੀ ਗੱਲ ਹੈ। ਇਹਨੂੰ ਕਹਿੰਦੇ ਨੇ ਪੂਰਨ ਗੁਰੂ। ਇਹ ਨਹੀਂ ਕੋਈ ਘਰ ਦੇ ਵਿੱਚ ਗੁਰਿਆਈ ਦੇਣੀ ਕਿਸੇ ਨੂੰ, ਨਾ। ਆਪਣੇ ਪੁੱਤਰਾਂ ਨੂੰ ਕਿਹਾ, ਪੁੱਤਰੋ ਉੱਠ ਕੇ ਗੁਰੂ ਅੰਗਦ ਸਾਹਿਬ ਜੀ ਨੂੰ ਮੱਥਾ ਟੇਕ ਦੇਵੋ। ਕਹਿਤ ਭਏ ਇਹ ਦਾਸ ਤਿਹਾਰਾ, ਹਮ ਸੁਤ ਉਰਦ ਪਦ ਅਧਿਕਾਰਾ। ਉਹ ਕਹਿਣ ਲੱਗੇ, ਮਹਾਰਾਜ ਅਸੀਂ ਕਿਵੇਂ ਮੱਥਾ ਟੇਕੀਏ? ਇਹ ਤੇ ਤੁਹਾਡਾ ਦਾਸ ਹੈ, ਨਾ ਦਾ ਭਾਵ ਨੌਕਰ ਹੈ, ਇਹ ਤੇ ਤੁਹਾਡਾ ਸੇਵਕ ਹੈ। ਅਸੀਂ ਸੇਵਕ ਨੂੰ ਮੱਥਾ ਕਿਵੇਂ ਦੇ? ਅਸੀਂ ਤੇ ਤੁਹਾਡੇ ਪੁੱਤਰ ਹਾਂ। ਇਹ ਗੁਰਤਾ ਗੱਦੀ ਦਾ ਹੱਕ ਸਾਡਾ ਬਣਦਾ ਹੈ। ਤੁਸੀਂ ਇਹ ਗੁਰਤਾ ਗੱਦੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ, ਜਿਹੜੀ ਗੁਰਤਾ ਗੱਦੀ ਗੁਰੂ ਘਰ ਦੀ, ਇਹ ਤੁਸੀਂ ਭਾਈ ਲਹਿਣੇ ਨੂੰ ਕਿਵੇਂ ਦੇ ਦਿੱਤੀ ਹੈ? ਕੈਸੇ ਬਨੇ ਬੰਦਨਾ ਕਰਨੀ, ਹਮ ਤੇ ਕਰੀ ਨਾ ਜਾਏ ਅਕਰਨੀ। ਅਸੀਂ ਕਿਵੇਂ ਮੱਥਾ ਟੇਕ ਸਕਦੇ ਹਾਂ? ਇਹ ਕੋਈ ਚੰਗੀ ਕਰਨੀ ਨਹੀਂ ਹੈ, ਇਹ ਤੇ ਅਕਰਨੀ ਹੈ। ਅਸੀਂ ਨਹੀਂ ਮੱਥਾ ਟੇਕਾਂਗੇ। ਕਿਉਂ? ਕਿਉਂਕਿ ਇਹ ਕੰਮ ਕਿਵੇਂ ਅਸੀਂ ਕਰਾਂਗੇ? ਸਾਡੇ ਘਰ ਦੀ ਚੀਜ਼ ਆਪਣੇ ਘਰ ਦੀ ਸਮਝ ਰਹੇ ਨੇ, ਸਾਡੇ ਘਰ ਦੀ ਚੀਜ਼ ਕਿਸੇ ਹੋਰ ਨੂੰ ਮਿਲ ਜਾਏ, ਇਹ ਕਿਵੇਂ ਹੋਇਆ? ਅਸੀਂ ਮੱਥਾ ਨਹੀਂ ਟੇਕਣਾ। ਇਹ ਕਹਿ ਆਪਣੇ ਸਦਨ ਸਿਧਾਰੇ, ਪਿਤ ਕਰਤਬ ਕਿਛ ਹਿਰਦੇ ਨਾ ਧਾਰੇ। ਇਹ ਗੱਲ ਕਹਿ ਕੇ ਬਾਬਾ ਲਖਮੀ ਚੰਦ ਜੀ ਤੇ ਬਾਬਾ ਸ੍ਰੀ ਚੰਦ ਜੀ ਆਪਣੇ ਘਰ ਚਲੇ ਗਏ, ਪਰ ਗੁਰੂ ਦੀ ਆਪਣੇ ਪਿਤਾ ਦੀ ਕਹੀ ਹੋਈ ਗੱਲ ਨਹੀਂ ਮੰਨੀ ਹੈ। ਮਹਿਮਾ ਲਖ ਕੈ ਕਹਿਓ ਨਾ ਮਾਨਿਓ, ਤੇਹ ਛਿਨ ਸ੍ਰੀ ਗੁਰ ਕਛ ਨਾ ਬਖਾਨਿਓ। ਮਹਾਰਾਜ ਜੀ ਦੀ ਮਹਿਮਾ ਵੀ ਵੇਖ ਲਈ, ਸਭ ਕੁਝ ਵੇਖਿਆ ਉਹਨਾਂ, ਪਰ ਫਿਰ ਵੀ ਗੁਰੂ ਦਾ ਹੁਕਮ ਨਾ ਮੰਨਿਆ। ਪਰ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਕੁਝ ਨਾ ਬੋਲਿਆ। ਦੋਵੇਂ ਜਣੇ ਆਪਣੇ ਘਰ ਚਲੇ ਗਏ ਹਨ। ਬੈਠ ਕਹੇ ਅੰਗਦ ਸੰਗ ਬਚਨਾ, ਪਰ ਉਪਕਾਰ ਜਿਨਹਿ ਮਨ ਰਚਨਾ। ਮਹਾਰਾਜ ਜੀ ਬੈਠੇ ਨੇ ਤੇ ਬੈਠ ਕੇ ਗੁਰੂ ਅੰਗਦ ਸਾਹਿਬ ਜੀ ਨੂੰ ਹੁਣ ਵਚਨ ਕਹਿ ਰਹੇ ਨੇ। ਉਹ ਗੁਰੂ ਅੰਗਦ ਸਾਹਿਬ ਜੀ
ਜਿਨ੍ਹਾਂ ਦੇ ਹਿਰਦੇ ਵਿੱਚ ਹਮੇਸ਼ਾ ਪਰਉਪਕਾਰ ਹੀ ਵਸਿਆ ਰਹਿੰਦਾ ਹੈ। अब तुम जगत उदाहरण कारण मूल मंत्र शुभ करो सुधारण। ਮਹਾਰਾਜ ਜੀ ਕਹਿੰਦੇ ਹੁਣ ਤੁਸੀਂ ਜਗਤ ਨੂੰ ਉਦਾਹਰਨ ਵਾਸਤੇ ਕੋਈ ਮੂਲ ਮੰਤਰ ਭਾਵ ਕੋਈ ਬਾਣੀ ਉਚਾਰਨ ਕਰੋ। मम बानी गुण खानी देखा लीजै बीनै बीन विसेखा। ਮਹਾਰਾਜ ਜੀ ਕਹਿੰਦੇ ਹੈ ਗੁਣਾ ਦੀ ਖਾਨ ਮੇਰੀ ਬਾਣੀ ਤੁਸੀਂ ਵੇਖੀ ਹੀ ਹੈ, ਉਹਦੇ ਵਿੱਚੋਂ ਬਹੁਤ ਬਾਣੀਆਂ ਚੁਣ ਚੁਣ ਕੇ ਸਾਨੂੰ ਉਹਦਾ ਉਚਾਰਨ ਸੁਣਾਓ। हमें सुनावत जाओ उचारा बंद मिर्जाद करो उपकारा। ਕਹਿੰਦੇ ਇਸ ਕਰਕੇ ਆ ਬਾਣੀ ਭਾਵ ਗੁਰੂ ਅੰਗਦ ਸਾਹਿਬ ਵੀ ਕਹਿ ਰਹੇ ਨੇ ਵੀ ਆ ਬਾਣੀ ਸੁਣਾਉਂਦੇ ਰਹੋ ਤੇ ਜਗਤ ਦੀ ਇੱਕ ਮਰਿਆਦਾ ਬੰਨ੍ਹ ਦਿਓ। हम ते जो जन्मै पश्चाता तिन सब को होवे गत दाता। ਸਾਡੇ ਤੋਂ ਬਾਅਦ ਵੀ ਜਿਹੜੇ ਪੈਦਾ ਹੋਣਗੇ ਇਹ ਜਿਹੜੀ ਗੁਰਬਾਣੀ ਤੁਸੀਂ ਰਚੋਗੇ ਇਹ ਬਾਣੀ ਭਾਵ ਅਸੀਂ ਹੁਣ ਅੱਜ ਗੁਰੂ ਜੀ ਤੇ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਗੁਰਬਾਣੀ ਦੇ ਰੂਪ ਵਿੱਚ ਮਹਾਰਾਜ ਬੈਠੇ ਨੇ ਵੀ ਜਦੋਂ ਤਾਈਂ ਵੀ ਦੁਨੀਆ ਰਹੇਗੀ ਇਹ ਗੁਰਬਾਣੀ ਸਭ ਦਾ ਪਾਰ ਉਤਾਰਾ ਕਰਦੀ ਰਹੇਗੀ। ज्यों जहाज चढ़ सागर तरही त्यों तेह पढ़ संसार उदरही। ਜਿਵੇਂ ਜਹਾਜ਼ ਦੇ ਵਿੱਚ ਬਹਿ ਕੇ ਸਮੁੰਦਰ ਚੋਂ ਪਾਰ ਹੋ ਜਾਈਦਾ ਹੈ ਐਵੇਂ ਸਮਝਣਾ ਕਰੋ ਬਾਣੀ ਨੂੰ ਪੜ੍ਹ ਕੇ ਸਾਰਿਆਂ ਦਾ ਪਾਰ ਉਤਾਰਾ ਹੋ ਜਾਇਆ ਕਰੇਗਾ। सुन श्री अंगद बंदन ठानी बीन बीन नीके गुरबानी। ਇਹ ਸੁਣ ਕੇ ਗੁਰੂ ਅੰਗਦ ਸਾਹਿਬ ਜੀ ਨੇ ਨਮਸਕਾਰ ਕਰਕੇ ਮਹਾਰਾਜ ਜੀ ਦੀ ਬਾਣੀ ਭਾਵ ਸ਼ਬਦਾਂ ਨੂੰ ਹੁਣ ਉਚਾਰਨ ਚੁਣ ਚੁਣ ਕੇ ਉਚਾਰਨ ਕਰ ਰਹੇ ਹਨ। आन सुनावन कीन सुहानी तब जप नाम धरियो गुण खानी। ਤਦ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਬਾਣੀ ਦਾ ਨਾਮ ਜਪਜੀ ਸਾਹਿਬ ਰੱਖਿਆ। ਜਪਜੀ ਸਾਹਿਬ ਦਾ ਨਾਮ ਗੁਰੂ ਨਾਨਕ ਸਾਹਿਬ ਜੀ ਨੇ ਰੱਖ ਦਿੱਤਾ ਹੈ। श्री मुख ते महिमा पुन भाखी जो नर होए सिखी अभिलाखी। ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਫਿਰ ਆਪਣੇ ਮੁਖ ਤੋਂ ਬੜੀ ਮਹਿਮਾ ਕੀਤੀ ਹੈ ਤੇ ਕਹਿੰਦੇ ਨੇ ਜਿਹੜਾ ਵੀ ਅੱਜ ਤੋਂ ਬਾਅਦ ਸਿੱਖੀ ਦਾ ਅਭਿਲਾਖੀ ਹੋਏਗਾ निस्मै उठे से करे स्नाना जप पढ़े एक चित सावधाना। ਜਿਹੜਾ ਰਾਤ ਦਾ ਇੱਕ ਰਾਤ ਇੱਕ ਪੈਰ ਰਹਿੰਦੇ ਜਿਹੜਾ ਉੱਠਿਆ ਕਰੇਗਾ ਇਸ਼ਨਾਨ ਕਰਿਆ ਕਰੇਗਾ ਤੇ ਸਾਵਧਾਨ ਹੋ ਕੇ ਜਿਹੜਾ ਜਪਜੀ ਸਾਹਿਬ ਪੜਿਆ ਕਰੇਗਾ। अर्थ विचार करे और माही मुक्त होए सो संसे नाही। ਤੇ ਜਿਹੜਾ ਉੱਠ ਕੇ ਗੁਰਬਾਣੀ ਦੇ ਅਰਥਾਂ ਨੂੰ ਵੀ ਵਿਚਾਰਿਆ ਕਰੇਗਾ ਭਾਵ ਜਪਜੀ ਸਾਹਿਬ ਪੜ੍ਹਨਾ ਹੀ ਨਹੀਂ ਉਹਦੇ ਅਰਥ ਵੀ ਵਿਚਾਰਨੇ ਨੇ। ਅਰਥ ਵਿਚਾਰੇਗਾ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਉਹਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਇਆ ਕਰੇਗੀ। जप जी सेवन प्रीत सो जाही मम समीप प्राप्त होए ताही। ਜਿਹੜੇ ਜਪਜੀ ਸਾਹਿਬ ਨਾਲ ਪਿਆਰ ਕਰਿਆ ਕਰਨਗੇ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਮੇਰੇ ਨਿਕਟ ਰਹਿਣਗੇ ਉਹਨਾਂ ਦਾ ਮੇਰੇ ਨਾਲ ਪਿਆਰ ਬਣ ਜਾਇਆ ਕਰੇਗਾ। ਧਰੇ ਕਾਮਨਾ ਪੜ ਹੈ ਇੱਕ ਮਨ ਹੋਏ ਸਪੂਰਨ ਤਹਿ ਕੀ ਤਕਛਨ। ਜੇ ਇੱਕ ਮਨ ਹੋ ਕੇ ਜਪਜੀ ਸਾਹਿਬ ਦਾ ਇੱਕ ਪਾਠ ਵੀ ਕਰ ਲਿਆ ਕਰਨਗੇ ਕੋਈ ਵੀ ਕਾਮਨਾ ਰੱਖ ਆਪਣੇ ਮਨ ਵਿੱਚ ਕੋਈ ਵੀ ਕਾਮਨਾ ਰੱਖਣ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਇੱਕ ਮਨ ਹੋ ਕੇ ਜਪਜੀ ਸਾਹਿਬ ਦਾ ਪਾਠ ਕਰਨ ਉਹਨਾਂ ਦੀ ਉਹ ਸਾਰੀ ਕਾਮਨਾ ਪੂਰੀ ਉਸੇ ਟਾਈਮ ਹੀ ਹੋ ਜਾਇਆ ਕਰੇਗੀ। ਜੰਤਰ ਮੰਤਰ ਪੁਨ ਤੰਤਰ ਮਹਾਨਾ ਭੂਤ ਜੇ ਪ੍ਰੇਤ ਦੈਤ ਬਲਵਾਨਾ। ਹੁਣ ਕਈਆਂ ਨੂੰ ਫਿਰ ਕਹਿੰਦੇ ਨੇ ਵੀ ਜਿਵੇਂ ਜੰਤਰ ਮੰਤਰ ਨਹੀਂ ਕਰ ਦਿੰਦੇ ਕਈ ਕੋਈ ਤੰਤਰ ਮੰਤਰ ਕਹਿੰਦੇ ਸਾਡੇ ਘਰ ਟੂਣਾ ਕਰ ਦਿੱਤਾ ਹੈ। ਮਹਾਰਾਜ ਕਹਿੰਦੇ ਜੇ ਕੋਈ ਭੂਤ ਪ੍ਰੇਤ ਹੋਏਗਾ ਐਸਾ ਕੋਈ ਚੀਜ਼ ਹੋਏਗੀ ਕੋਈ ਜੰਤਰ ਮੰਤਰ ਕੋਈ ਦੁਨੀਆ ਤੇ ਪੜਿਆ ਕਰੇਗਾ ਤਕੜਾ ਪਰ ਜੇ ਕੋਈ ਸਿੱਖ ਜਪਜੀ ਸਾਹਿਬ ਪੜਦਾ ਹੈ ਤੇ ਸਮੀਪ ਨ ਆਵੇ ਕੋਈ ਪਠਨ ਪ੍ਰੀਤ ਨਿਤ ਨਰ ਜਿਹ ਹੋਈ। ਜਿਹੜਾ ਰੋਜ਼ ਪੜਿਆ ਕਰੇਗਾ ਜਪਜੀ ਸਾਹਿਬ ਉਹਦੇ ਨੇੜੇ ਕੋਈ ਭੂਤ ਪ੍ਰੇਤ ਜੰਤਰ ਮੰਤਰ ਤੰਤਰ ਨਹੀਂ ਲੱਗੇਗਾ। ਇਹ ਵੇਖੋ ਕਿੱਡੀ ਵੱਡੀ ਮਰਿਆਦਾ ਮਹਾਰਾਜ ਜੀ ਬਣ ਰਹੇ ਕਿ ਜਿਹੜਾ ਜਪਜੀ ਸਾਹਿਬ ਜੀ ਨੂੰ ਰੋਜ਼ ਪੜੇ ਜਾਂ ਚਲੋ ਮਹਾਰਾਜ ਜੀ ਜਪਜੀ ਸਾਹਿਬ ਨੇ ਨੂੰ ਨਹੀਂ ਪੰਜਾਬੀ ਆਉਂਦੀ ਉਹ ਮੂਲ ਮੰਤਰ ਪੜੇ ਜਿਹੜਾ ਜਪਜੀ ਸਾਹਿਬ ਨੂੰ ਰੋਜ਼ ਪੜੇਗਾ ਤੰਤਰ ਮੰਤਰ ਜੰਤਰ
ਜੇ ਕੋਈ ਕਿਸੇ ਦਾ ਕਰਨਾ ਵੀ ਚਾਹੇ, ਇਹ ਤੋਂ ਵੱਡਾ ਜੰਤਰ ਮੰਤਰ ਹੋਰ ਕੀ ਹੋਣਾ? ਜਪਜੀ ਸਾਹਿਬ ਤੋਂ ਵੱਡੀ ਗੱਲ ਕੀ? ਕੋਈ ਭੂਤ ਪ੍ਰੇਤ ਜਿੰਨ ਐਸੀ ਚੀਜ਼ ਕੋਈ ਵੀ ਕਿਸੇ ਨੂੰ ਹੈ, ਜੇ ਕੋਈ ਜਪਜੀ ਸਾਹਿਬ ਪੜ੍ਹੇ ਉਹਦੇ ਨੇੜੇ ਉਹ ਚੀਜ਼ ਮੁੜ ਕੇ ਨਹੀਂ ਲੱਗਿਆ ਕਰੇਗੀ। ਮਾਨੁਕ ਦੇਹ ਜੀਵ ਜਿਨ ਪਾਈ, ਜਪ ਬੇਹੀਨ ਹਵੈ ਬਾਤ ਗਵਾਈ। ਮਹਾਰਾਜ ਕਹਿੰਦੇ ਜੇ ਕਿਸੇ ਨੇ ਮਨੁੱਖਾ ਦੇਹ ਪਾ ਲਈ ਹੈ, ਪਰ ਜੇ ਉਹਨੇ ਜਪਜੀ ਸਾਹਿਬ ਨਹੀਂ ਨਾ ਪੜਿਆ, ਫਿਰ ਸਮਝ ਲਓ ਉਹਦੀ ਜਿਹੜੀ ਜ਼ਿੰਦਗੀ ਹੈ ਉਹ ਵਿਅਰਥ ਹੀ ਜਾ ਰਹੀ ਹੈ। ਸਿੱਖਨ ਯੋਗ ਮੰਤਰ ਗੁਰ ਕੇਰਾ, ਇਤ ਉਤ ਨਿਤ ਸੁਖ ਦੈਤ ਕਨੇਰਾ। ਸਿੱਖਾਂ ਵਾਸਤੇ ਗੁਰੂ ਦਾ ਇਹ ਮਹਾ ਮੰਤਰ ਹੈ, ਇਹ ਸਿੱਖਾਂ ਨੂੰ ਸਦਾ ਹੀ ਸੁਖ ਦਿਆ ਕਰੇਗਾ। ਜਿਉਂ-ਜਿਉਂ ਸਿੱਖ ਬੜੇ ਪਿਆਰ ਨਾਲ ਪੜ੍ਹਿਆ ਕਰਨਗੇ, ਇਹ ਸਿੱਖਾਂ ਨੂੰ ਸੁਖ ਦਿੰਦਾ ਹੀ ਰਿਹਾ ਕਰੇਗਾ। ਹੋਏ ਸਿੱਖ ਜਪ ਕੰਠ ਨਾ ਕੀਨੋ, ਨਾਉ ਤਰੀਕ ਵੇਖ ਧਰ ਲੀਨੋ। ਇਹ ਥੋੜਾ ਜਿਹਾ ਮਹਾਰਾਜ ਕਰੜਾ ਵਚਨ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ ਜੀ, ਵੀ ਜੇ ਕੋਈ ਸਿੱਖ ਹੈ ਤੇ ਜੇ ਉਹਨੇ ਜਪਜੀ ਸਾਹਿਬ ਕੰਠੀ ਨਾ ਕੀਤਾ, ਯਾਦ ਨਾ ਕੀਤਾ, ਫਿਰ ਉਹ ਨਾਮ ਤਰੀਕ ਸਿੱਖ ਨਹੀਂ, ਭੇਖ ਬਣਾਇਆ ਬਸ ਉਹਨੇ ਸਿੱਖੀ ਦਾ, ਉਹ ਸਿੱਖ ਨਹੀਂ। ਸੋ ਇਸ ਕਰਕੇ ਜਪਜੀ ਸਾਹਿਬ ਨੂੰ ਕੰਠ ਕਰਨਾ ਵੀ ਜ਼ਰੂਰੀ ਹੈ। ਇਸਤੇ ਔਰ ਨਾ ਕੋ ਵਿਦ ਉੱਚੀ, ਜਪ ਸੇਵਨ ਇੱਕ ਮਨ ਹੋਏ ਸੂਚੀ। ਇਸ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ, ਬਸ ਮਨ ਦੇ ਵਿੱਚ ਆਪਣੇ ਮਨ ਨੂੰ ਨਿਰਮਲ ਕਰਕੇ ਜਪਜੀ ਸਾਹਿਬ ਦਾ ਪਾਠ ਨਿਰੰਤਰ ਕਰਨਾ ਹੈ। ਕਾਮ ਧੇਨ ਚਿੰਤਾ ਮਨ ਸੁਰਤਰ, ਕਰਨ ਹੈ ਸਕੇ ਅਧਾਤਲ ਸੰਸਰ। ਮਹਾਰਾਜ ਕਿੱਡੀ ਵੱਡੀ ਗੱਲ ਕਹਿੰਦੇ ਨੇ, ਕਾਮ ਧੇਨ ਗਊ ਤੇ ਚਿੰਤਾ ਮਨ ਮਣੀ, ਜਿਹੜੀ ਮੰਨਿਆ ਜਾਂਦਾ ਸਾਰੀਆਂ ਵੇਦ ਕਹਿੰਦੇ ਨੇ ਸਾਰੀ ਇੱਛਾਵਾਂ ਨੂੰ ਪੂਰੀ ਕਰਦੀ ਹੈ, ਤੇ ਕਲਪ ਬ੍ਰਿਸ਼। ਮਹਾਰਾਜ ਕਹਿੰਦੇ ਜਪਜੀ ਸਾਹਿਬ ਦੇ ਤਿੰਨੋਂ ਹੀ ਬਰਾਬਰ ਨਹੀਂ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਨਹੀਂ, ਤਾਂ ਨਹੀਂ ਕਹਿ ਰਹੇ ਵੀ ਇਹ ਮੇਰੀ ਬਾਣੀ ਹੈ, ਉਹਨਾਂ ਨੇ ਕਦੀ ਕਿਹਾ ਹੀ ਨਹੀਂ ਬਾਣੀ ਮੇਰੀ ਹੈ। ਇਹ ਤੇ ਬਾਣੀ ਕਰਤਾਰ ਦੀ, ਰੱਬ ਦੀ ਬਾਣੀ ਹੈ, ਮੇਰੀ ਨਹੀਂ। ਗੁਰੂ ਨਾਨਕ ਸਾਹਿਬ ਤੇ ਇਸ ਬਾਣੀ 'ਚ ਆਪ ਕਹਿ ਰਹੇ ਨੇ, ਨਾਨਕ ਨੀਚ ਆਪ ਹੀ ਕਹਿ ਰਹੇ ਨੇ ਇਸ ਬਾਣੀ। ਮਹਾਰਾਜ ਜੀ ਕਹਿੰਦੇ ਨੇ ਇਹ ਜਪਜੀ ਸਾਹਿਬ ਦੇ ਬਰਾਬਰ ਇਹ ਤਿੰਨੇ ਹੀ ਚੀਜ਼ਾਂ ਨਹੀਂ ਹਨ। ਦੋਹਰਾ ਮਹਿਮਾ ਬਰਨੀ ਅਲਪ ਮੈਂ, ਕਹਿ ਨਾ ਜਾਏ ਮਤ ਮੰਦ। ਮਹਾਰਾਜ ਕਹਿੰਦੇ ਮੈਂ ਥੋੜੀ ਮੱਤ ਵਾਲਾ ਹਾਂ, ਜਪਜੀ ਸਾਹਿਬ ਦੀ ਮਹਿਮਾ ਵੱਡੀ ਹੈ, ਮੇਰੇ ਤੋਂ ਥੋੜੀ ਕਹੀ ਗਈ, ਮਹਿਮਾ ਜ਼ਿਆਦਾ ਹੈ, ਮੈਂ ਪੂਰੀ ਕਹਿ ਨਹੀਂ ਸਕਿਆ ਹਾਂ। ਊਚ ਅਗਾਧ ਅਕਾਤ ਹੈ, ਜੋ ਜਪਜੀ ਸੁਖ ਕੰਦ। ਜਪਜੀ ਸਾਹਿਬ ਅਥਾਹ ਹੈ, ਉੱਚੀ ਹੈ, ਸੁਖ ਦੇਣ ਵਾਲੀ ਹੈ, ਮੈਂ ਇਸ ਨੂੰ ਬਿਆਨ ਨਹੀਂ ਕਰ ਸਕਦਾ। ਚੋਪਈ ਮਨ ਮੂਰਖ ਨਿਤ ਪ੍ਰਤ ਜਪ ਸੇਵ, ਜੇ ਕੋ ਚਾਹੈ ਮਨ ਜਨ ਦੇਵ। ਇਸ ਕਰਕੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਮਨਾ ਮੂਰਖਾ, ਤੂੰ ਸਵੇਰੇ ਉੱਠ ਕੇ ਜਪਜੀ ਸਾਹਿਬ ਪੜਿਆ ਕਰ, ਜਿਹਨੂੰ ਪੜਨ ਵਾਸਤੇ ਦੇਵਤੇ ਵੀ ਲੋਚਦੇ ਹਨ। ਕਿਤ ਬਿਦ ਹੋਵੇ ਮਾਨੁਖ ਦੇਹੀ, ਸ੍ਰੀ ਨਾਨਕ ਸਿੱਖੀ ਮਗ ਲੇਹੀ। ਦੇਵਤੇ ਵੀ ਸੋਚਦੇ ਨੇ ਵੀ ਕਦੋਂ ਸਾਨੂੰ ਮਨੁੱਖਾ ਦੇਹ ਪ੍ਰਾਪਤ ਹੋਏ, ਇਸ ਦੇਹੀ ਕੋ ਸਿਮਰਹਿੰਦੇ, ਕਦੋਂ ਸਾਨੂੰ ਦੇਹ ਪ੍ਰਾਪਤ ਹੋਏ ਤੇ ਅਸੀਂ ਜਾ ਕੇ ਗੁਰੂ ਨਾਨਕ ਦੀ ਜਪਜੀ ਸਾਹਿਬ ਦੀ ਬਾਣੀ ਪੜ੍ਹੀਏ। ਜਪਜੀ ਸੇਵ ਕਟੇ ਜਮ ਖਾਂਸੀ, ਬਹੁਰ ਮਿਲਹਿ ਪਦਵੀ ਅਬਿਨਾਸੀ। ਮਹਾਰਾਜ ਕਿੱਡੀਆਂ ਵੱਡੀਆਂ ਗੱਲਾਂ ਜਪਜੀ ਸਾਹਿਬ ਦੇਖੋ। ਅੱਜ ਸਿੱਖਾਂ ਨੂੰ ਇੱਕ ਵਾਰੀ ਸੋਚਣਾ ਪਏਗਾ ਵੀ ਏਡਾ ਵੱਡਾ ਮਹਾ ਮੰਤਰ ਜਿਹਦੇ ਬਾਰੇ ਗੁਰੂ ਆਪ ਹੀ ਕਹਿ ਗਿਆ, ਇਤਰੇ ਗਿਆ ਜੀਵਨ ਜੇ ਅਸੀਂ ਜਪਜੀ ਸਾਹਿਬ ਦਾ ਪਾਠ ਵੀ ਨਾ ਕਰ ਸਕਦੇ। ਪਹਿਲੀ ਗੱਲ ਤੇ ਮਹਾਰਾਜ ਜੀ ਨੇ ਪਹਿਲਾਂ ਹੀ ਕਿਹਾ ਸੀ, ਘੱਟੋ ਘੱਟ ਅੱਗੇ ਗੁਰੂ ਅੰਗਦ ਦੇਵ ਜੀ ਵੀ ਇਹ ਉਪਦੇਸ਼ ਦੇਣਗੇ ਇੱਕ ਸਿੱਖ ਦੇ ਪ੍ਰਤੀ, ਉਹ ਅੱਗੇ ਆਏਗਾ। ਸੋ ਇੱਥੇ ਮਹਾਰਾਜ ਜੀ ਇਹ ਗੱਲ ਕਹਿ ਰਹੇ ਨੇ, ਕਹਿੰਦੇ ਭਾਈ ਜਿਹੜਾ ਜਪਜੀ ਸਾਹਿਬ ਪੜ੍ਹਦਾ ਜਮਾਂ ਦੀ ਫਾਹ ਉਹਨੂੰ ਨਹੀਂ ਪੈਂਦਾ ਤੇ ਉਹ ਦੁਨੀਆ ਤੋਂ ਸੁਰਖਰੂ ਹੋ ਕੇ ਜਾਂਦਾ ਹੈ। ਅਸ ਸੰਜੋਗ ਚਹਤ ਹੈ ਸੋਈ, ਤੁਮ ਕੋ ਤੋ ਸਭ ਪ੍ਰਾਪਤ ਹੋਈ। ਕਹਿੰਦੇ ਦੇਵਤੇ ਜੇ ਚਾਹੁੰਦੇ ਨੇ ਦੇਹੀ ਪ੍ਰਾਪਤ ਹੋਏ। ਸੰਤੋਖ ਸਿੰਘ ਜੀ ਕਹਿੰਦੇ ਮਨਾ ਮੂਰਖਾ, ਤੈਨੂੰ ਤੇ ਪ੍ਰਾਪਤ ਹੋਈ ਹੈ, ਤੂੰ ਹੁਣ ਕਿਹੜੀ ਡੀਕ 'ਚ ਹੈ? ਸਾਡਾ ਮਨ ਕਿਹੜੀ ਡੀਕ 'ਚ ਹੈ?
ਸਾਨੂੰ ਤੇ ਦੇਹ ਪ੍ਰਾਪਤ ਹੋਈ ਹੈ, ਸਿਰਫ ਨਾਮ ਜਪਣ ਦੀ, ਜਪਜੀ ਸਾਹਿਬ ਜਪਣ ਦੀ ਹੀ ਲੋੜ ਹੈ। बार बार क्या कहों बनाई हवै अब अंत समा दुखदाई। ਕਹਿੰਦੇ ਇਸ ਕਰਕੇ ਬਾਰ-ਬਾਰ ਕੀ ਕਹੀਏ, ਇੱਕ ਜਪਜੀ ਸਾਹਿਬ ਦੀ ਮਹਿਮਾ ਦਾ ਅੰਤ ਨਹੀਂ ਹੈ। ते छिन पछतावह मल हाथा हमको खोयो जन्म अकाथा। ਕਹਿੰਦੇ ਜੇ ਜਪਜੀ ਸਾਹਿਬ ਨਾ ਪੜਿਆ ਜ਼ਿੰਦਗੀ ਦੁਖੀ ਹੋਏਗੀ। ਕਹਿੰਦੇ ਯਾਦ ਰੱਖੀ ਮਨਾ, ਜਦੋਂ ਅੰਤ ਸਮਾਂ ਆਏਗਾ ਹੱਥ ਮਲ ਕੇ ਰੋਏਗਾ ਵੀ ਮੈਂ ਆਪਣੀ ਜ਼ਿੰਦਗੀ ਜਿਹੜੀ ਖਰਾਬ ਹੀ ਕਰ ਲਈ ਹੈ। नर तन दुर्लभ एक ए पांदो उन सतगुर सिख बेख बनायो। ਕਹਿੰਦੇ ਇੱਕ ਤੇ ਦੁਰਲਭ ਮਨੁੱਖਾ ਸਰੀਰ ਪਾ ਲਿਆ, ਤੇ ਦੂਜੀ ਵੱਡੀ ਗੱਲ ਇਹ ਹੋਈ ਗੁਰੂ ਘਰ ਦਾ ਸੰਗ ਮਿਲ ਗਿਆ ਹੈ। तीजो कलयुग को है काला थोरी सेवा में हुए दयाला। ਤੀਜੀ ਗੱਲ ਇੱਕ ਹੋਰ ਕਹਿਤੀ ਵੀ ਕਲਯੁਗ ਦਾ ਸਮਾਂ ਹੈ, ਗੁਰੂ ਥੋੜੀ ਸੇਵਾ 'ਚ ਹੀ ਦਿਆਲ ਹੋ ਜਾਂਦਾ। ਕਿੱਡੀ ਵੱਡੀ ਗੱਲ ਹੈ। ਇਹ ਕਲਯੁਗ ਦੇ ਵਿੱਚ ਜ਼ਿਆਦਾ ਲੋੜ ਨਹੀਂ ਜਪ ਤਪ ਦੀ, ਵੱਡੀਆਂ ਵੱਡੀਆਂ ਉਮਰਾਂ ਕਰਨ ਦੀ ਲੋੜ ਨਹੀਂ। ਇਹ ਥੋੜੀ ਜੀ ਗੱਲ ਕੀਤਿਆਂ, ਥੋੜਾ ਜਪਜੀ ਸਾਹਿਬ ਦਾ ਪਾਠ ਕੀਤਿਆਂ ਗੁਰੂ ਦਿਆਲ ਹੋ ਜਾਂਦਾ ਹੈ। ऐसे सैमे ते जो चुक जाई चढ़ कर मेर रसातल पाई। ਜੇ ਹਜੇ ਵੀ ਕੋਈ ਝੁਕ ਗਿਆ, ਐਵੇਂ ਸਮਝੋ ਵੀ ਕੋਈ ਚੜ੍ਹ ਤੇ ਗਿਆ ਸੀ ਸੁਮੇਰ ਪਰਬਤ ਤੇ, ਉੱਤੋਂ ਜਾ ਕੇ ਹੀ ਥੱਲੇ ਡਿੱਗ ਪਿਆ ਹੈ। जपजी कंठ निता प्रत रटै जन्म जन्म के कलमल कटै। ਜੇ ਜਪਜੀ ਸਾਹਿਬ ਨੂੰ ਯਾਦ ਕਰਕੇ ਦੁਬਾਰਾ ਦੁਬਾਰਾ ਪੜ੍ਹਦਾ ਰਹੇ, ਜਨਮਾਂ ਜਨਮਾਂ ਦੀ ਮੈਲ ਜਿਹੜੀ ਉਹ ਉਤਰ ਜਾਂਦੀ ਹੈ। सनै सनै मन निर्मल होए गत पावै भव बंधन खोए। ਹੌਲੀ 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 ਮੁਕਤੀ ਪ੍ਰਾਪਤ ਹੁੰਦੀ ਹੈ, ਹੌਲੀ 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 ਜਨਮਾਂ ਦੀ ਫਾਸੀ ਕੱਟੀ ਜਾਂਦੀ ਹੈ। शब्द अभ्यास कियो नर जाही ਰਹਿਓ ਨਾ ਕਰਨੋ ਕ੍ਰਿਤ ਕਿਛ ਤਾਹੀ। ਅੰਤ ਦੇ ਵਿੱਚ ਉਹ ਕਹਿੰਦੇ ਨੇ ਜਿਹੜੇ ਵੀ ਮਨੁੱਖ ਨੇ ਸ਼ਬਦ ਅਭਿਆਸ ਕੀਤਾ ਹੈ, ਜ਼ਿੰਦਗੀ ਦੇ ਵਿੱਚ ਫਿਰ ਉਹਦਾ ਕੁਝ ਬਾਕੀ ਰਹਿ ਨਹੀਂ ਜਾਂਦਾ। ਇਹ ਸਭ ਤੋਂ ਵੱਡੀ ਕਿਰਤ ਮਹਾਰਾਜ ਨੇ ਦੱਸੀ ਹੈ। ਹੁਣ ਕੱਲ ਦੀ ਕਥਾ ਦੇ ਵਿੱਚ ਮਹਾਰਾਜ ਨੇ ਸਿੱਖਾਂ ਨੂੰ ਗੁਰੂ ਅੰਗਦ ਸਾਹਿਬ ਜੀ ਨੇ ਉਪਦੇਸ਼ ਕਰਨਾ ਹੈ। ਆਪਾਂ ਬੜੇ ਧਿਆਨ ਦੇ ਨਾਲ ਸ਼ਰਵਣ ਕਰਾਂਗੇ। ਕੱਲ ਨੂੰ ਕੀ ਉਪਦੇਸ਼ ਮੇਰੇ ਸ਼ਹਿਨशाह ਸਿੱਖਾਂ ਦੇ ਪ੍ਰਤੀ ਕਰਨਗੇ। ਮੈਂ ਆਪ ਜੀ ਨੂੰ ਕੱਲ ਵੀ ਬੇਨਤੀ ਕੀਤੀ ਸੀ, ਹੋਰ ਵੀ ਸੰਗਤ ਨੂੰ ਅਸੀਂ ਦੱਸਣਾ, ਕਿਉਂਕਿ ਗੁਰੂ ਅੰਗਦ ਸਾਹਿਬ ਜੀ ਦੀ ਕਥਾ ਬੜੀ ਘੱਟ ਸੰਗਤ ਨੇ ਸੁਣੀ। ਅਸੀਂ ਗੁਰੂ ਨਾਨਕ ਸਾਹਿਬ ਜੀ ਬਾਰੇ ਜਾਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਬਹੁਤ ਸੁਣਿਆ। ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦੀ ਕਥਾ ਬੜੀ ਘੱਟ ਸੰਗਤ ਨੇ ਸੁਣੀ। ਸੋ ਇਹ ਗੁਰੂ ਅੰਗਦ ਸਾਹਿਬ ਜੀ ਦੀ ਕਥਾ ਹੁਣ ਆਰੰਭ ਹੋ ਗਈ ਹੈ। ਅੱਗੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਸੱਚਖੰਡ ਨੂੰ ਚਲੇ ਜਾਣਾ। ਆਪਾਂ ਬੜੇ ਪਿਆਰ ਸਤਿਕਾਰ, ਐਵੇਂ ਲੱਗ ਰਿਹਾ ਜਿਵੇਂ ਅਸੀਂ ਨਾਲ ਨਾਲ ਹੀ ਤੁਰ ਰਹੇ ਹਾਂ। ਐਸੀ ਹੈ ਕਥਾ, ਐਵੇਂ ਲੱਗਦਾ ਮਹਾਰਾਜ ਹੁਣ ਗੁਰਤਕ ਦੀ ਸਾਡੇ ਸਾਹਮਣੇ ਹੀ ਦੇ ਰਹੇ ਨੇ। ਐਸੀ ਕਥਾ ਭਾਈ ਸੰਤੋਖ ਸਿੰਘ ਜੀ ਚੂੜਾਮਣ, ਜਿਨ੍ਹਾਂ ਦੀ ਬੜੀ ਵੱਡੀ ਦੇਣ ਹੈ ਸਾਡੇ ਸਿੱਖ ਪੰਥ ਨੂੰ, ਜਿਨ੍ਹਾਂ ਨੇ ਬਹੁਤ ਖੋਜ ਕੇ ਮੇਰੇ ਸੱਚੇ ਪਾਤਸ਼ਾਹ ਦੇ ਇਤਿਹਾਸ ਨੂੰ ਬੜੀ ਪਿਆਰ ਭਰੀ ਕਲਮ ਦੇ ਨਾਲ ਲਿਖਿਆ। ਸੰਗਤਾਂ ਸੁਣਦੀਆਂ ਨੇ, ਸੰਗਤਾਂ ਦੇ ਅਥਰੂ ਵਹਿ ਤੁਰਦੇ ਨੇ। ਐਸੀ ਕਥਾ, ਰਸਦਾਇਕ ਕਥਾ ਅਸੀਂ ਸ਼ਰਵਣ ਕਰ ਰਹੇ ਹਾਂ। ਗੁਰੂ ਦੀ ਕਿਰਪਾ ਕਰਨ, ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੇਹ ਅਰੋਗਤਾ ਬਖਸ਼ਣ, ਅਸੀਂ ਨਿੱਤਾ ਪ੍ਰਤ ਕਥਾ ਦੇ ਵਿੱਚ ਆ ਕੇ ਜਨਮਾਂ ਜਨਮਾਂ ਦੀ ਮੈਲ ਨੂੰ ਕੱਟ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈ ਭੁੱਲ ਚੁੱਕ ਦੇ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।